भी उत्थे कुछ होया वो मैं सच्ची मतलब मैं बहुत ज़्यादा डीमोरलाइज हो गई सी वो उस चीज़ तो। ਭਗਵੰਤ ਮਾਨ ਨੂੰ ਤੁਹਾਡੇ ਤੋਂ ਕੀ ਪ੍ਰੋਬਲਮ ਹੈ? ਇਹ ਮੈਂ ਸਮਝਣਾ ਚਾਹੁੰਦੀ ਹਾਂ ਕਿ ਉਹ ਦਲਬੀਰ ਗੋਲਡੀ ਤੋਂ ਵੱਧ ਤੁਹਾਨੂੰ ਟਾਰਗੇਟ ਕਰਦੇ ਨੇ। ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਭਗਵੰਤ ਮਾਨ ਨੂੰ ਇਹੀ ਚੀਜ਼ ਚੁਭਦੀ ਹੈ ਕਿ ਉਹਨਾਂ ਕੋਲ ਤੱਕ ਉਹਨਾਂ ਦੀ ਘਰ ਵਾਲੀ ਹੈ ਨਹੀਂ ਕਿ ਉਹਨਾਂ ਲਈ ਕੰਪੇਨ ਕਰੇ, ਤੇ ਗੋਲਡੀ ਜੀ ਦੀ ਘਰ ਵਾਲੀ ਹੈਗੀ ਹੈ ਜਿਹੜੀ ਉਹਨਾਂ ਨਾਲ ਉਹਨਾਂ ਦੇ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਹੈ ਤੇ ਖੜੀ ਰਹੂਗੀ। ਬਾਹਰੋਂ ਆ ਕੇ ਗਾਲਾਂ ਕੱਢਣੀਆਂ ਟਰਾਲੀਆਂ ਭਰ ਕੇ ਸਿਰਫ ਇੱਕ ਤੁਸੀਂ ਇੱਕ ਲੇਡੀ ਦੇ ਅਗੇਂਸਟ ਲੈ ਕੇ ਆ ਰਹੇ ਹੋ। ਮੰਨ ਲਿੱਤਾ ਜਾਏ ਕਿ ਸਿਆਸੀ ਰੰਜਿਸ਼ ਦੇ ਤਹਿਤ ਹੋਇਆ ਜੋ ਵੀ ਇਨਸੀਡੈਂਟ ਹੋਇਆ, ਬਿਲਕੁਲ ਇਹ ਤਾਂਡਵ ਨਾਚ ਹੋ ਗਿਆ ਸੀ। ਕਿਸਾਨ ਐਜੀਟੇਸ਼ਨ ਤਾਂ ਰਿਹਾ ਹੀ ਨਹੀਂ ਸੀ। ਮੈਂ 2 ਚੁਪਈ ਸਾਹਿਬ ਦੇ ਪਾਠ ਕੀਤੇ ਤੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ ਵੀ ਇੱਥੇ ਬੰਦੇ ਨੇ ਉਹਨਾਂ ਨੂੰ ਸਮੱਤ ਬਖਸ਼ੋ। ਡਰ ਤਾਂ ਨਹੀਂ ਲੱਗਿਆ ਕਿਤੇ ਮਾਰ ਹੀ ਨਾ ਦੇਣ ਮੈਨੂੰ? ਬਿਲਕੁਲ ਕਿਉਂ ਨਹੀਂ ਸੀ। ਤੇ ਇੱਕ ਅੰਕਲ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਜੋ ਕਿ ਉੱਥੇ ਦੇ ਪ੍ਰਧਾਨ ਨੇ, ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਗੋਲਡੀ ਜੀ 80,000 ਦੀ ਜੈਕਟ ਪਾਉਂਦੇ ਨੇ। ਫਿਰ ਮੈਂ ਉੱਥੇ ਅੜ ਗਈ, ਮੈਂ ਅੰਦਰੋਂ ਮੰਜੀ ਮੰਗਾਈ ਜਿਹੜੇ ਘਰ 'ਚ ਸੀ, ਮੈਂ ਉੱਥੇ ਗਲੀ 'ਚ ਡਾਲੀ। ਮੈਂ ਕਿਹਾ ਅੰਕਲ ਨਾ ਹੁਣ ਮੈਂ ਜਾਣਾ ਨਹੀਂ ਜੀ, ਜਿੰਨਾ ਚਿਰ ਜਿਹੜੇ ਤੁਸੀਂ ਦੂਸ਼ਣ ਲਾਏ ਨੇ ਮੈਨੂੰ ਪ੍ਰੂਵ ਨਹੀਂ ਕਰਦੇ ਤੁਸੀਂ। ਤੁਹਾਨੂੰ ਮੈਂ ਇਸ ਚੀਜ਼ ਦੱਸਣਾ ਚਾਹੂੰਗੀ ਕਿ ਉਸ ਪਿੰਡ ਦੇ ਤਾਂ ਉਸ ਐਜੀਟੇਸ਼ਨ 'ਚ ਸ਼ਾਇਦ 3-4 ਬੰਦੇ ਹੋਣ, ਜਿਹੜਾ 300-400 ਬੰਦਾ ਸੀ ਉਹ ਸਾਰਾ ਬਾਹਰਲਾ ਸੀ। ਮੈਂ ਖੁਦ ਉੱਥੇ ਬਾਰਡਰ ਤੇ ਰਹਿ ਕੇ ਆਈ ਹਾਂ, ਰਾਤਾਂ ਕੱਟ ਕੇ ਆਈ ਹਾਂ, ਆਪਣੇ ਛੋਟੇ ਬੱਚਿਆਂ ਨਾਲ ਕੱਟ ਕੇ ਆਈ ਹਾਂ। ਆਮ ਆਦਮੀ ਪਾਰਟੀ ਜਿਹੜੀ ਸੋ ਕਾਲਡ ਪਾਰਟੀ ਹੈ ਜਿਹੜੀ ਅੱਜ ਕੱਲ੍ਹ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀ, ਔਰ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਦ ਦੀ ਇਹ ਪਾਰਟੀ ਦੀ ਇਨਵੋਲਵਮੈਂਟ ਹੋਈ ਹੈ ਲੋਕਾਂ ਦਾ ਸੱਭਿਆਚਾਰਕ ਲਿਹਾਜ਼ ਹੀ ਖਤਮ ਹੋ ਗਿਆ। ਪਿੰਡ ਵਾਲੇ ਤਾਂ ਉੱਥੇ ਗਿਣਤੀ ਹੀ 3-4 ਬੰਦਿਆਂ ਦੀ ਸੀ, ਬਾਹਰਲੇ ਬੰਦੇ ਆਏ, ਪਲਾਂਟਡ ਬੰਦੇ ਆਏ। ਐਜ਼ ਅ ਵੂਮਨ ਕਿਸ ਤਰ੍ਹਾਂ ਦੀ ਹੈਰੈਸਮੈਂਟ ਤੁਸੀਂ ਉਸ ਦਿਨ ਫੇਸ ਕੀਤੀ ਇੱਕ ਮਹਿਲਾ ਹੋਣ ਦੇ ਨਾਤੇ? ਘਬਰਾਹਟ ਵੀ ਹੋਈ ਤੇ ਦਿਲ ਉਦਾਸ ਵੀ ਹੋਇਆ। ਸਭ ਤੋਂ ਜ਼ਿਆਦਾ ਵੱਡੀ ਤਾਕਤ ਪਹਿਲੀ ਪਰਮਾਤਮਾ ਦੀ, ਦੂਜੀ ਤੁਹਾਡੇ ਹਸਬੈਂਡ। ਮੈਂ ਗੋਲਡੀ ਨੂੰ ਰੱਬ ਵਾਂਗੂ ਪੂਜਦੀ ਹਾਂ। ਸਾਡੀ ਲਵ ਮੈਰਿਜ ਸੀ, ਕਾਲਜ ਤੋਂ ਲੈ ਕੇ ਹੁਣ ਤੱਕ ਮੈਂ ਗੋਲਡੀ ਦੇ ਸਾਹਾਂ 'ਚ ਸਾਹ ਲਿੱਤਾ ਤੇ ਗੋਲਡੀ ਨੇ ਮੇਰੇ ਸਾਹਾਂ 'ਚ ਸਾਹ ਲਿੱਤਾ। ਬਸ ਮੈਨੂੰ ਤਾਂ ਇੰਨਾ ਪਤਾ। ਜਿੱਥੇ ਕੇਂਦਰ ਦੀ ਸਰਕਾਰ ਵੱਲੋਂ ਲਿਆਉਂਦੇ 3 ਖੇਤੀ ਕਾਨੂੰਨਾਂ ਨੇ ਸੜਕਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਸੰਗਰਾਮ ਮਚਾਇਆ ਹੋਇਆ, ਉੱਥੇ ਹੀ ਪੰਜਾਬ ਅਤੇ ਹਰਿਆਣੇ ਦੇ ਭਾਈਚਾਰਕ ਸਾਂਝ ਨੂੰ ਵੀ ਠੇਸ ਲੱਗਦੀ ਨਜ਼ਰ ਆ ਰਹੀ ਹੈ। ਆਲਮ ਅੱਜ ਇਹ ਹੈ ਕਿ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਲੀਡਰਸ, ਪਿੰਡਾਂ ਦੇ ਪੰਚਾਇਤਾਂ ਵਰਕਰ, ਬੂਥ ਲੈਵਲ ਦੇ ਵਰਕਰ ਜਾਂ ਫਿਰ ਮੈਂ ਕਹਾਂ ਕਿਸਾਨ ਜਥੇਬੰਦੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਦੇ ਸ਼ਬਦਾਂ ਦੇ ਵਾਰ ਕਰ ਰਹੇ ਨੇ, ਇੱਕ ਦੂਜੇ ਨਾਲ ਉਲਝਦੇ, ਲੜਦੇ, ਝਗੜਦੇ ਨਜ਼ਰ ਆ ਰਹੇ ਨੇ। ਅੱਜ ਲੀਡਰ ਦੇ ਘਰ ਅਤੇ ਪਰਿਵਾਰਿਕ ਮੈਂਬਰ ਵੀ ਮਹਿਫੂਜ਼ ਆਪਣੇ ਆਪ ਨੂੰ ਨਹੀਂ ਸਮਝ ਰਹੇ। ਕੁਝ ਇਸੇ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਹੈ ਧੂਰੀ ਦੇ ਐਮਐਲਏ ਦਲਬੀਰ ਸਿੰਘ ਗੋਲਡੀ ਅਤੇ ਉਹਨਾਂ ਦੀ ਪਤਨੀ ਸਿਮਰਤ ਖੰਗੂੜਾ ਨਾਲ। ਤੇ ਅੱਜ ਸਾਡੇ ਨਾਲ ਐਮਐਲਏ ਦਲਬੀਰ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਸਾਡੇ ਨਾਲ ਮੌਜੂਦ ਨੇ ਔਰ ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪੂਰਾ ਇਨਸੀਡੈਂਟ ਕੀ ਹੋਇਆ ਕਿ ਇਹਨਾਂ ਦਾ ਪਿੰਡ ਲੱਡਾ ਵਿਖੇ ਵਿਰੋਧ ਹੁੰਦਾ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਿਮਰਤ ਖੰਗੂੜਾ ਦਾ। ਸਵਾਗਤ ਹੈ ਤੁਹਾਡਾ ਜਗਬਾਣੀ ਪੰਜਾਬ ਕੇਸਰੀ ਵੈਬ ਟੀਵੀ ਤੇ। ਥੈਂਕ ਯੂ ਜੀ, ਥੈਂਕ ਯੂ। ਸ਼ੁਰੂਆਤ ਮੈਂ ਇੱਥੋਂ ਹੀ ਕਰਾਂਗੀ। ਪਿੰਡ ਲੱਡਾ ਵਿਖੇ ਤੁਹਾਡਾ ਜ਼ਬਰਦਸਤ ਵਿਰੋਧ ਹੁੰਦਾ ਹੈ, ਸੋ ਕੀ ਕਾਰਨ ਕੀ ਹੈ, ਕਿਉਂ ਹੋਇਆ ਵਿਰੋਧ? ਮਨਪ੍ਰੀਤ, ਪਹਿਲੀ ਗੱਲ ਤਾਂ ਮੈਂ ਸਟਾਰਟ ਕਰੂੰਗੀ ਕਿ ਹੋਇਆ ਕੀ ਸੀ ਐਕਚੁਅਲੀ, ਕਿਉਂਕਿ ਕਿਸੇ ਨੂੰ ਇਹ ਗੱਲ ਹੀ ਨਹੀਂ ਪਤਾ ਕਿ ਐਕਚੁਅਲ ਉੱਥੇ ਕੀ ਹੋਇਆ ਸੀਗਾ। ਜਦ ਮੈਂ ਹੁਣ ਤੋਂ ਨਹੀਂ ਪਿਛਲੇ 12 ਸਾਲਾਂ ਤੋਂ, ਜੇ ਮੈਂ ਕਹਾਂ ਐਮਐਲਏ ਬਣਨ ਤੋਂ ਬਾਅਦ 12 ਸਾਲਾਂ ਤੋਂ ਮੈਂ ਪਿੰਡਾਂ 'ਚ ਜਾ ਰਹੀ ਹਾਂ। ਉਵੇਂ ਹੀ ਮੈਂ ਇੱਕ ਘਰੇ ਬੈਠੀ ਸੀ ਔਰ ਜਿਹਦੇ ਘਰੇ ਬੈਠੀ ਸੀ ਪਿੰਡ ਲੱਡਾ ਗੋਲਡੀ ਜੀ ਦੇ ਬਚਪਨ ਦੇ ਦੋਸਤ ਨੇ, ਇਕੱਠੇ ਪਤੰਗ ਚੜਾਈ। ਹਲੇ ਯਾਰ ਅਸੀਂ ਅੰਦਰ ਇਹ ਗੱਲਾਂ ਹੀ ਕਰ ਰਹੇ ਹਾਂ ਕਿ ਗੋਲਡੀ ਜੀ ਇੱਥੇ ਆ ਕੇ ਕਿੰਨੀ ਰਾਤਾਂ ਰਹਿੰਦੇ ਹੁੰਦੇ ਸੀ, ਪਤੰਗ ਚੜਾਈ। ਮੈਨੂੰ ਮੈਸੇਜ ਆ ਗਿਆ ਕਿ ਕਿਸਾਨ ਜਥੇਬੰਦੀਆਂ ਨੇ ਘਿਰਾਓ ਕਰ ਲਿਆ। ਮੈਂ ਕਿਹਾ ਚਲੋ ਕੋਈ ਨਾ, ਆਪਾਂ ਉਹਨਾਂ ਨੂੰ ਆਉਣ ਦਿਓ, ਫਿਰ ਆਪਾਂ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਹਾਂ, ਕਿਉਂਕਿ ਸਾਡੇ 'ਚ ਤਾਂ ਕੋਈ ਲੜਾਈ ਹੈ ਹੀ ਨਹੀਂ। ਜੇ ਉਹ ਕਿਸਾਨ ਨੇ ਤਾਂ ਅਸੀਂ ਵੀ ਕਿਸਾਨ ਆ। ਉਵੇਂ ਗੱਲ ਸ਼ੁਰੂ ਹੋਈ, ਮੈਂ ਬਾਹਰ ਗਈ ਤੇ ਇਹ ਚੀਜ਼ ਜਿਵੇਂ ਮਨਪ੍ਰੀਤ ਤੁਹਾਨੂੰ ਪਤਾ ਜਿਹੜੀ ਮੈਂ ਲਾਈਵ ਹੋਈ ਸੀ ਨਾ, ਉਹ ਤਾਂ ਮੈਂ ਤਕਰੀਬਨ 3 ਘੰਟਿਆਂ ਬਾਅਦ ਹੋਈ ਹਾਂ। ਪਹਿਲਾਂ ਤਾਂ ਇਹ ਜਿਹਾ ਕੁਛ ਸੀਗਾ ਹੀ ਨਹੀਂ। ਜਦ ਮੈਂ ਬਾਹਰ ਗਈ ਉੱਥੇ ਲੇਡੀ ਸੀਗੀਆਂ, ਮੈਂ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਵੀਡੀਓਜ਼ ਵੀ ਦਿਖਾ ਸਕਦੀ ਹਾਂ। ਜਿਹੜੀ ਉੱਥੇ ਬੀਬੀਆਂ ਆਈਆਂ ਮੈਨੂੰ ਬੜੀ ਜੱਫੀ ਪਾ ਕੇ ਮਿਲੀਆਂ, ਹੋਰ ਹਾਲ ਚਾਲ ਪੁੱਛਿਆ, ਮੈਂ ਉਹਨਾਂ ਨੂੰ ਹਾਲ ਚਾਲ ਪੁੱਛਿਆ। ਗੱਲ ਉੱਥੋਂ ਵਧੀ ਜਦ ਦੂਸ਼ਣ ਲਾਉਣ ਲੱਗ ਗਏ, ਗਲਤ ਤਰੀਕੇ ਦੇ ਦੂਸ਼ਣ ਲਾਉਣ ਲੱਗ ਗਏ। ਵੈਸੇ ਵੀ ਮਨਪ੍ਰੀਤ ਜੇ ਗੱਲ ਕੀਤੀ ਜਾਵੇ ਤਾਂ ਮੁੱਦਾ 3 ਬਿੱਲਾਂ ਦਾ, ਉਹ ਮੁੱਦਾ ਤੁਹਾਡਾ ਵੀ ਹੈ, ਉਹ ਮੇਰਾ ਵੀ ਹੈ, ਉਹ ਸਾਰਿਆਂ ਦਾ, ਹਰ ਪੰਜਾਬੀ ਦਾ ਮੁੱਦਾ, ਸਿੱਧੇ ਤਰੀਕੇ ਨਾਲ ਸਾਰਿਆਂ ਦਾ ਮੁੱਦਾ। ਉਹ ਫਿਰ ਕੁਛ ਇੱਕ ਬੰਦਿਆਂ ਦਾ ਮੁੱਦਾ ਤਾਂ ਨਾ ਹੋਇਆ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡਾ ਵਿਰੋਧ ਕਿਉਂ ਹੋਇਆ? ਇਹ ਮੈਂ ਸਮਝਣਾ ਚਾਹੁੰਦੀ ਹਾਂ। ਜੋ ਮੈਨੂੰ ਉਸ ਟਾਈਮ ਉੱਥੇ ਲੱਗਿਆ ਮਨਪ੍ਰੀਤ ਕਿ ਪਹਿਲਾਂ ਅਸੀਂ ਬੜੇ ਪਿਆਰ ਨਾਲ ਗੱਲਾਂ ਕਰ ਰਹੇ ਸੀ, ਜਦ ਦੂਸ਼ਣ ਲੱਗ ਗਏ ਤੇ ਇੱਕ ਅੰਕਲ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਜੋ ਕਿ ਉੱਥੇ ਦੇ ਪ੍ਰਧਾਨ ਨੇ। ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਗੋਲਡੀ ਜੀ 80,000 ਦੀ ਜੈਕਟ ਪਾਉਂਦੇ ਨੇ। ਇਹਦੇ ਨਾਲ ਤਾਂ 3 ਬਿੱਲਾਂ ਦਾ ਕੋਈ ਤਾਲੁਕ ਹੀ ਨਹੀਂ ਸੀ।
ਤੇ ਜਦ ਮੈਂ ਉੱਥੇ ਗੱਲ ਕੀਤੀ ਕਿ ਅੰਕਲ ਆਪਾਂ ਇੱਥੇ 3 ਬਿੱਲਾਂ ਦੀ ਗੱਲ ਕਰੀਏ, ਰਹੀ 80,000 ਦੀ ਜੈਕਟ ਪਾਉਣਾ, ਇਹ ਤਾਂ ਸਾਡੀ ਪਰਸਨਲ ਲਾਈਫ ਹੈ, ਕੋਈ ਜਿਵੇਂ ਮਰਜ਼ੀ ਆਪਣੀ ਜ਼ਿੰਦਗੀ ਜੀਵੇ। ਨਾਲੇ ਜਿਵੇਂ ਤੁਹਾਨੂੰ ਪਤਾ ਹੀ ਹੈ ਮਨਪ੍ਰੀਤ, ਪਹਿਲਾਂ ਐਸਟੀ ਕਾਲਜ ਦੇ ਪ੍ਰਧਾਨ ਰਹੇ, ਯੂਨੀਵਰਸਿਟੀ ਦੇ ਪ੍ਰਧਾਨ ਰਹੇ, ਤੇ ਯੰਗ ਨੇ, ਕਿਹੜੇ ਬੰਦੇ ਨੂੰ ਚੰਗਾ ਪਾਉਣਾ ਨਹੀਂ ਚੰਗਾ ਲੱਗਦਾ। ਤੁਸੀਂ ਵੀ ਤਾਂ ਇੱਕ ਬਹੁਤ ਸੋਹਣਾ ਸੂਟ ਪਾਇਆ ਹੀ ਹੋਇਆ, ਜਿਹੜੇ ਸਰੋਤੇ ਦੇਖਦੇ ਨੇ ਉਹਨਾਂ ਨੇ ਵੀ ਤਾਂ ਚੰਗੇ ਕੱਪੜੇ ਪਾਈ ਹੁੰਦੇ ਨੇ। ਕਿ ਇਹ ਪਰਸਨਲ ਅਟੈਕ ਹੋ ਗਏ, ਕੀ ਇਹ 3 ਬਿੱਲਾਂ ਦਾ ਸਵਾਲ ਸੀ? ਫਿਰ ਮੈਂ ਉੱਥੇ ਅੜ ਗਈ, ਮੈਂ ਅੰਦਰੋਂ ਮੰਜੀ ਮੰਗਾਈ ਜਿਹੜੇ ਘਰ 'ਚ ਸੀ, ਮੈਂ ਉੱਥੇ ਗਲੀ 'ਚ ਡਾਲੀ। ਮੈਂ ਕਿਹਾ ਅੰਕਲ ਨਾ, ਹੁਣ ਮੈਂ ਜਾਣਾ ਨਹੀਂ ਜੀ, ਜਿੰਨਾ ਚਿਰ ਜਿਹੜੇ ਤੁਸੀਂ ਦੂਸ਼ਣ ਲਾਏ ਨੇ ਮੈਨੂੰ ਪ੍ਰੂਵ ਨਹੀਂ ਕਰਦੇ ਤੁਸੀਂ। ਸਾਡੀ ਗੱਲ ਹੋ ਰਹੀ ਸੀ, ਗੱਲ ਹੁੰਦੇ ਹੁੰਦੇ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਜਿਨ੍ਹਾਂ ਦੇ ਘਰੇ ਮੈਂ ਸੀ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ। ਉਹ ਕਹਿੰਦੇ ਸਾਡੀ ਭੈਣ ਆ, ਸਾਡੇ ਕਹੇ ਤੇ ਆਈ ਹੈ, ਤੁਸੀਂ ਕੌਣ ਹੁੰਦੇ ਹੋ? ਮੈਂ ਉਹਨਾਂ ਨੂੰ ਚੁੱਪ ਵੀ ਕਰਾਇਆ ਕਿ ਆਪਾਂ ਆਪਣੀ ਭਾਈਚਾਰਕ ਸਾਂਝ ਖਤਮ ਨਹੀਂ ਕਰਨੀ। ਉਸ ਦਿਨ ਮਨਪ੍ਰੀਤ ਮੈਨੂੰ ਦੁੱਖ ਆਇਆ ਕਿ ਜਦ ਇਹ ਮੇਰੇ ਨਾਲ ਗੱਲ ਕਰ ਲਏ ਨੇ, ਇਹਨਾਂ ਨੇ ਬਾਹਰੋਂ ਹੋਰ ਟਰਾਲੀਆਂ ਸੱਦ ਲੀਆਂ, ਹੋਰ ਉੱਥੇ ਉਸ ਪਿੰਡ ਦੇ ਨਹੀਂ। ਤੁਹਾਨੂੰ ਮੈਂ ਇਸ ਚੀਜ਼ ਦੱਸਣਾ ਚਾਹੂੰਗੀ ਕਿ ਉਸ ਪਿੰਡ ਦੇ ਤਾਂ ਉਸ ਐਜੀਟੇਸ਼ਨ 'ਚ ਸ਼ਾਇਦ 3-4 ਬੰਦੇ ਹੋਣ, ਜਿਹੜਾ 300-400 ਬੰਦਾ ਸੀ ਉਹ ਸਾਰਾ ਬਾਹਰਲਾ ਸੀ। ਸੋ ਮਤਲਬ ਜਿਹੜਾ ਵਿਵਾਦ ਹੈ, ਕਹਿ ਸਕਦੇ ਆ ਕਿ ਬਿਕਰਿੰਗ ਜਿਹੜੀ ਬਿਟਵੀਨ ਯੂ ਐਂਡ them ਹੋਈ, ਉਹ ਇੱਕ ਜੈਕਟ ਪਿੱਛੇ ਹੋਈ ਸੀ, ਸ਼ੁਰੂਆਤ ਕਹਿ ਸਕਦੇ ਆ। ਉਹਦੇ ਪਿੱਛੇ ਕੀ ਸੀਗਾ, ਕਾਰਨ ਕੀ ਸੀ? ਤੋਮਤ, ਗਲਤ ਤੋਮਤ। ਰਜੇ ਚੰਗਾ ਤੇ ਮਾੜਾ ਫਰਕ ਕਰਨਾ ਪੈਣਾ ਆਪਾਂ ਨੂੰ। ਹੁਣ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜਿਹੜਾ ਇਨਸੀਡੈਂਟ ਹੋਇਆ ਤੁਹਾਡੇ ਨਾਲ ਉਦੋਂ? ਜਿਹੜਾ ਬੰਦਾ ਕਿਸਾਨਾਂ ਨਾਲ ਖੜਿਆ, ਸਿਰਫ ਇੱਕੋ ਹੀ ਪੰਜਾਬ ਦਾ ਅਜਿਹਾ ਲੀਡਰ ਸੀ ਜਿਹੜਾ ਤੁਰ ਕੇ 5 ਦਿਨ ਤੁਰ ਕੇ ਦਿੱਲੀ ਪਹੁੰਚਿਆ। ਮੈਂ ਖੁਦ ਉੱਥੇ ਬਾਰਡਰ ਤੇ ਰਹਿ ਕੇ ਆਈ ਹਾਂ, ਰਾਤਾਂ ਕੱਟ ਕੇ ਆਈ ਹਾਂ, ਆਪਣੇ ਛੋਟੇ ਛੋਟੇ ਬੱਚਿਆਂ ਨਾਲ ਕੱਟ ਕੇ ਆਈ ਹਾਂ, ਲੰਗਰ 'ਚ ਆਪਣਾ ਸਮਰਥਨ ਦੇ ਕੇ ਆਈ ਹਾਂ, ਜਿੰਨਾ ਜੋ ਸਾਡੇ ਤੋਂ ਸਰਿਆ ਅਸੀਂ ਕੀਤਾ ਔਰ ਅਸੀਂ ਕਰਦੇ ਰਹਾਂਗੇ। ਫਿਰ ਤੁਸੀਂ ਚੰਗੇ ਮਾੜੇ ਪਛਾਣ ਭੁੱਲ ਗਏ ਤੁਸੀਂ। ਔਰ ਜਦ ਜ਼ਿੰਮੇਵਾਰ ਤੁਹਾਨੂੰ ਕੌਣ ਲੱਗਿਆ? ਸ਼ਰਾਰਤੀ ਅਨਸਰ ਜਿਹੜੀ ਹੋਰ ਪਾਰਟੀਆਂ ਨੇ, ਕਿਉਂਕਿ ਦਲਬੀਰ ਗੋਲਡੀ ਦਾ ਜ਼ਿਕਰ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਜਾਂ ਹੋਰ ਇਸ ਤਰ੍ਹਾਂ ਦੇ ਉਹਨਾਂ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਸ਼ਰਾਰਤੀ ਅਨਸਰ, ਸੋ ਹੀ ਮੈਂ ਸਮਝਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਉੱਥੇ ਮੌਜੂਦ ਸੀ, ਕਿ ਵਾਕਈ ਇਸ ਤਰ੍ਹਾਂ ਦਾ ਹੋਇਆ ਜਾਂ ਕੌਣ ਸੀ ਉਹ ਬੰਦੇ ਜਿਹੜੇ ਉੱਥੇ ਬੰਦੇ ਆਏ। ਮੈਂ ਆਪਣੇ ਲਾਈਵ ਹੋ ਕੇ ਵੀ ਗੱਲ ਕੀਤੀ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਲਾਈਵ ਮੈਂ 3 ਘੰਟੇ ਬਾਅਦ ਹੋਈ ਸੀ। ਪਹਿਲਾਂ ਤਾਂ ਬੜਾ ਸ਼ਾਂਤੀਪੂਰਵਕ ਗੱਲ ਚੱਲ ਰਹੀ ਸੀ, ਜਦ ਬਾਹਰੋਂ ਆ ਕੇ ਇਸ ਚੀਜ਼ 'ਚ ਲੀਡਰਾਂ ਦੀ ਇਨਵੋਲਵਮੈਂਟ ਹੋ ਗਈ, ਇਸ ਚੀਜ਼ ਨੂੰ ਗਲਤ ਰੂਪ ਰੇਖਾ ਦਿੱਤੀ ਗਈ। ਪਹਿਲਾਂ ਤਾਂ ਇੱਕ ਪਰਿਵਾਰਕ ਸਾਂਝ ਵਾਂਗੂ ਗੱਲਾਂ ਹੋ ਰਹੀਆਂ ਸੀ, ਜਦ ਦੂਸ਼ਣ ਲਾਏ ਗਏ, ਗਲਤ ਤਰੀਕੇ ਦੀ ਐਲੀਗੇਸ਼ਨ, ਏਡਡ ਬੰਦੇ ਉਹਦੇ 'ਚ ਆ ਗਏ। ਮੈਂ ਫੇਰ ਗੱਲ ਕਹੂੰਗੀ, ਕਿਸਾਨ ਅੰਦੋਲਨ ਤੁਹਾਡਾ ਮੇਰਾ ਸਾਰਿਆਂ ਦਾ, ਪਰ ਜਦ ਉਹਦੇ 'ਚ ਗਲਤ ਆਨਸਰ ਏਡਡ ਬੰਦੇ ਆ ਜਾਂਦੇ ਨੇ, ਗਲਤ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀਆਂ ਨੇ ਸਿਰਫ ਕਿਸਾਨ ਐਜੀਟੇਸ਼ਨ ਦਾ ਰੂਪ ਲੈ ਕੇ। ਕਿਹੜੀਆਂ ਪਾਰਟੀਆਂ? ਤੁਹਾਨੂੰ ਪਤਾ ਹੀ ਹੈ, ਸਾਰੀਆਂ ਪਾਰਟੀਆਂ ਇਸ 'ਚ ਇਨਵੋਲਵ ਨੇ। ਹੋਰ ਤਾਂ ਹੋਰ ਜਿਹੜਾ ਉੱਥੇ ਇੱਕ ਬੰਦੇ ਨਾਲ ਸਾਰਾ ਕੁਝ ਹੋਇਆ, ਉਹਨੇ ਮਤਲਬ ਬਹੁਤ ਗਲਤ ਤਰੀਕੇ ਨਾਲ ਉਹਨੇ ਵਰਡਿੰਗ ਯੂਜ਼ ਕੀਤੀ ਗਈ, ਜਿਸ ਗੱਲ ਤੋਂ ਇਹ ਸਾਰੀ ਗੱਲ ਵਧੀ। ਕਿ ਆਪਾਂ ਧੀਆਂ ਭੈਣਾਂ ਦੇ ਲਿਹਾਜ਼ ਭੁੱਲ ਗਏ ਕਿ ਆਪਾਂ ਕਿਵੇਂ, ਆਪਣਾ ਤਾਂ ਪੰਜਾਬ ਉਹ ਪੰਜਾਬ ਹੈ ਕਿ ਕਿਸੇ ਦੀ ਦੂਰ ਦੂਰ ਤੱਕ ਧੀ ਹੋਵੇ, ਆਪਾਂ ਉਹਨੂੰ ਆਪਣੀ ਧੀ ਕਹਿ ਕੇ ਕਹਿੰਦੇ ਕਿ ਸਾਡਾ ਬੱਚਾ ਉੱਥੇ ਹੈ। ਤੇ ਰਹੀ ਗੱਲ ਪਾਰਟੀਆਂ ਤੋਂ, ਝਾੜੂ, ਆਮ ਆਦਮੀ ਪਾਰਟੀ ਜਿਹੜੀ ਸੋ ਕਾਲਡ ਪਾਰਟੀ ਹੈ, ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੀ, ਔਰ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਦ ਦੀ ਇਹ ਪਾਰਟੀ ਦੀ ਇਨਵੋਲਵਮੈਂਟ ਹੋਈ ਹੈ, ਲੋਕਾਂ ਦਾ ਸੱਭਿਆਚਾਰਕ ਲਿਹਾਜ਼ ਹੀ ਖਤਮ ਹੋ ਗਿਆ। ਪਹਿਲਾਂ ਵੀ ਪਾਰਟੀਆਂ ਇੱਥੇ ਲੀਡ ਕਰਦੀਆਂ ਸੀ, ਪਰ ਇਹ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਆਪਾਂ ਇੱਕ ਗਲਤ ਤਰੀਕੇ ਨਾਲ ਹੀ ਲੈਣਾ। ਜੇ ਆਪਾਂ ਕਿਸਾਨੀ ਦੀ ਹੀ ਗੱਲ ਕਰੀਏ, ਕਿਉਂਕਿ ਮੇਨ ਇਹ ਗੱਲ ਕਿਸਾਨੀ ਤੋਂ ਹੋਈ ਸੀ, ਜੇ ਆਪਾਂ ਕਿਸਾਨੀ ਦੀ ਹੀ ਗੱਲ ਕਰੀਏ, ਜਿਸ ਦਿਨ ਦੇ ਦਲਵੀਰ ਸਿੰਘ ਗੋਲਡੀ ਜੀ ਬਣੇ ਨੇ, ਅਸੀਂ ਜਦ ਕਣਕ ਨੂੰ ਪਿੱਛੇ ਅੱਗ ਲੱਗ ਗਈ ਸੀ, 2 ਸਾਲ ਪਹਿਲਾਂ ਦੀ ਗੱਲ ਹੈ, ਪਿੰਡ ਬੇਨੜੇ ਕੁਛ ਕੁ ਲੱਡੇ ਦੇ ਵੀ ਘਰ ਆਏ ਸੀਗੇ ਤੇ ਮਾਨ ਵਾਲਾ, ਉੱਥੋਂ ਜਿੰਨੀ ਕਣਕ ਨੂੰ ਅੱਗ ਲੱਗੀ, ਗੋਲਡੀ ਜੀ ਨੇ ਆਪਣੇ ਦੋਸਤਾਂ ਮਿੱਤਰਾਂ ਦੇ, ਪਿੰਡ ਵਾਲਿਆਂ ਦੇ ਸਹਿਯੋਗ ਨਾਲ, ਸਭ ਦੇ ਸਾਥ ਨਾਲ ਉਹਨਾਂ ਨੂੰ 19 ਕਣਕ ਦਿੱਤੀ ਗਈ ਜਦ ਅੱਗ ਲੱਗੀ। ਔਰ ਸਰਕਾਰ ਦਾ ਜਿਹੜਾ ਮੁਆਵਜ਼ਾ ਮਿਲਿਆ ਉਹ ਅੱਡ। ਕੀ ਉਹ ਕਿਸਾਨੀ ਨਹੀਂ ਸੀ? ਹਰ ਪਿੰਡ 'ਚ ਉਸ ਤੋਂ ਬਾਅਦ ਗੋਲਡੀ ਜੀ ਦੀ ਇਹ ਰਹੀ ਹੈ ਕਿ ਜਿੰਨੇ ਵੱਡੇ ਪਿੰਡ ਨੇ, ਜਿਨ੍ਹਾਂ ਨੂੰ ਨਾਲ 3-4 ਪਿੰਡ ਸਾਂਭ ਲੈਣ, ਪਿੰਡੋਂ ਪਿੰਡੀ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੋਇਆ ਕਿ ਮੁੜ ਕੇ ਇਹ ਚੀਜ਼ ਨਾ ਹੋਵੇ, ਕਿਸੇ ਹੋਰ ਦੀ ਕਣਕ ਨੂੰ ਅੱਗ ਨਾ ਲੱਗੇ। ਕੀ ਇਹ ਕਿਸਾਨੀ ਨਹੀਂ ਸੀ? ਫਾਇਰ ਬ੍ਰਿਗੇਡ ਧੂਰੀ ਨਹੀਂ ਸੀ, ਗੋਲਡੀ ਜੀ ਫਾਇਰ ਬ੍ਰਿਗੇਡ ਲੈ ਕੇ ਆਏ। ਕੀ ਇਹ ਕਿਸਾਨੀ ਨਹੀਂ ਸੀ ਮਨਪ੍ਰੀਤ? ਕਿ ਇਹ ਮੰਨ ਲਿੱਤਾ ਜਾਏ ਕਿ ਸਿਆਸੀ ਰੰਜਿਸ਼ ਦੇ ਤਹਿਤ ਹੋਇਆ ਜੋ ਵੀ ਇਨਸੀਡੈਂਟ ਹੋਇਆ? ਬਿਲਕੁਲ, ਇਹ ਬਿਲਕੁਲ ਕਲੀਅਰ ਹੈ। ਸਮਝਣਾ ਚਾਹੁੰਦੀ ਹਾਂ, ਦਲਬੀਰ ਸਿੰਘ ਗੋਲਡੀ ਤੁਹਾਡੇ ਹਸਬੈਂਡ ਜਿਹੜੇ ਹੈ, ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ, ਉਹ ਆਉਂਦੇ ਨੇ, ਪਰ ਉਹ ਸਾਰਾ ਜਦ ਵਾਕਿਆ ਹੋ ਰਿਹਾ ਹੁੰਦਾ ਇਨ ਬਿਟਵੀਨ, ਤੁਸੀਂ ਮੈਂ ਦੇਖਿਆ ਵੀ ਲਾਈਵ ਵਿੱਚ ਚੁਪਈ ਸਾਹਿਬ ਦਾ ਪਾਠ ਕੀਤਾ ਜੀ, ਸੋ ਉਸ ਟਾਈਮ ਤੁਹਾਡਾ ਸਟੇਟ ਆਫ ਮਾਈਂਡ ਕੀ ਸੀ? ਡਰ ਲੱਗਿਆ? ਕਿਸ ਅਵਸਥਾ, ਮਨ ਦੀ ਅਵਸਥਾ ਕੀ ਸੀ? ਮਨਪ੍ਰੀਤ ਜੀ, ਮੈਂ ਓਨੈਸਟਲੀ ਦੱਸਾਂ ਤਾਂ ਮੈਨੂੰ ਉਹ ਸਾਰਾ ਕੁਝ ਦੇਖ ਕੇ ਮੈਂ ਚੌਂਕ ਗਈ ਸੀ, ਹੈਰਾਨ ਹੋ ਗਈ ਸੀ। ਜਿਹੜੇ ਪੰਜਾਬ ਨੂੰ ਆਪਾਂ ਐਂ ਕਹਿੰਦੇ ਕਿ ਇੱਥੇ ਧੀਆਂ ਭੈਣਾਂ ਸੁਰੱਖਿਅਤ ਨੇ, ਕਿ ਚਾਹੇ ਕੋਈ ਬਾਹਰਲਾ ਆ ਜਾਏ, ਆਪਣੇ ਪੰਜਾਬੀਆਂ ਦਾ ਤਾਂ ਉਹ ਖੂਨ ਆ ਕਿ ਆਪਾਂ ਪ੍ਰੋਟੈਕਟ ਕਰਦੇ ਹਾਂ। ਮੈਂ ਉੱਥੇ ਦੇਖ ਕੇ ਉਹ ਤਾਂਡਵ ਨਾਚ ਹੋ ਗਿਆ ਸੀ। ਉਹ ਕਿਸਾਨ
ਐਜੀਟੇਸ਼ਨ ਤਾਂ ਰਿਹਾ ਹੀ ਨਹੀਂ ਸੀ। ਕਿਉਂ ਮੈਂ ਤਾਂ ਇਹ ਕਹਿੰਦੀ ਹਾਂ ਕਿ ਉਸ ਚੀਜ਼ ਨੂੰ ਇਹਨਾਂ ਨੇ ਕਿਸਾਨ ਐਜੀਟੇਸ਼ਨ ਦਾ ਰੂਪ ਆਪ ਵਿੱਚ ਗਲਤ ਬੰਦੇ ਵੜ ਕੇ ਆਪਣੇ ਕਿਸਾਨ ਉਹ ਤੁਹਾਡਾ ਮੇਰਾ ਐਜੀਟੇਸ਼ਨ ਹੈ, ਜਿਵੇਂ ਮੈਂ ਪਹਿਲਾਂ ਕਿਹਾ ਆਪਣਾ ਸਭ ਦਾ ਸਾਂਝਾ, ਉਹਦਾ ਰੂਪ ਰੇਖਾ ਹੀ ਕਿਉਂ ਬਦਲਣਾ ਚਾਹੁੰਦੇ ਨੇ ਇਹ। ਮੈਂ ਉੱਥੇ ਪਾਠ ਵੀ ਤਾਂ ਹੀ ਕੀਤਾ, ਮੈਂ 2 ਚੁਪਈ ਸਾਹਿਬ ਦੇ ਪਾਠ ਕੀਤੇ ਤੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ ਵੀ ਇੱਥੇ ਬੰਦੇ ਨੇ ਉਹਨਾਂ ਨੂੰ ਸਮੱਤ ਬਖਸ਼ੋ। ਡਰ ਤਾਂ ਨਹੀਂ ਲੱਗਿਆ ਕਿਤੇ ਮਾਰ ਹੀ ਨਾ ਦੇਣ ਮੈਨੂੰ? ਬਿਲਕੁਲ, ਕਿਉਂ ਨਹੀਂ ਸੀ, ਬਿਲਕੁਲ ਸੀ ਮਨਪ੍ਰੀਤ। ਜਿਹੜਾ ਉਹ ਮਾਹੌਲ ਸੀ, ਮੈਨੂੰ ਤਾਂ ਲਾਈਵ ਹੋਣਾ ਤੱਕ ਮੈਂ ਭੁੱਲ ਗਈ ਸੀ। ਇਹ ਤਾਂ ਮੈਂ ਗੋਲਡੀ ਜੀ ਨੂੰ ਕਾਲ ਕੀਤੀ, ਉਹ ਚੰਡੀਗੜ੍ਹ ਆ ਰਹੇ ਸੀ, ਅੱਧੇ ਰਸਤੇ ਤੋਂ ਮੁੜ ਕੇ ਆਏ। 3 ਘੰਟੇ ਨਾ ਉੱਥੇ ਕੋਈ ਮੈਂ ਪ੍ਰਸ਼ਾਸਨ ਬੁਲਾਇਆ, ਕਿਉਂਕਿ ਮੈਂ ਉਹਨਾਂ ਨੂੰ ਆਪਣਾ ਪਰਿਵਾਰ ਹੀ ਸਮਝੀ ਜਾਂਦੀ ਸੀ ਸ਼ਾਇਦ। ਔਰ ਮੈਂ ਲੱਡੇ ਪਿੰਡ ਦਾ ਧੰਨਵਾਦ ਕਰਦੀ ਹਾਂ, ਉਹਨਾਂ ਨੇ ਮੇਰੇ ਨਾਲ ਛੋਟੇ ਛੋਟੇ ਬੱਚੇ ਮੈਨੂੰ ਪਾਣੀ ਪਿਲਾਉਣ ਆਏ, ਘਰੋਂ ਲੇਡੀਜ਼ ਆਈਆਂ ਕਿ ਪੁੱਤ ਤੂੰ ਅੰਦਰ ਚਲੀ ਚੱਲ। ਮੈਂ ਇਹੀ ਸਮਝਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਕਹਿੰਦੇ ਰਹੇ, ਤੁਸੀਂ ਲਾਈਵ ਹੋ ਕੇ ਵੀ ਗੱਲ ਕਹੀ ਕਿ ਮੈਂ ਲੱਡੇ ਪਿੰਡ ਦੀ ਧੀ ਹਾਂ, ਹੈ ਨਾ? ਸੋ ਉਹੀ ਮੈਂ ਉਹਨਾਂ ਪਿੰਡ ਵਾਲਿਆਂ ਵੱਲੋਂ ਕੀ ਸਹਿਯੋਗ ਸੀ, ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਸ਼ਰਾਰਤੀ ਅਨਸਰ ਸੀ, ਜਾਂ ਪਾਰਟੀਆਂ ਰਲੀ ਮਿਲੀ ਤੁਸੀਂ ਗੱਲ ਕਰ ਰਹੇ ਹੋ, ਫਿਰ ਇਹਦੇ ਪਿੱਛੇ ਐਕਚੁਅਲ ਚ ਸੀਗਾ ਕੌਣ? ਇਹੀ ਤਾਂ ਗੱਲ ਸੀ ਮਨਪ੍ਰੀਤ। ਜਿਵੇਂ ਉੱਥੋਂ ਕਿਉਂਕਿ ਪਿੰਡ ਵਾਲੇ ਸੀ ਜਾਂ ਪਿੰਡ ਵਾਲੇ ਨਹੀਂ ਸੀਗੇ? ਪਿੰਡ ਵਾਲੇ ਤਾਂ ਉੱਥੇ ਗਿਣਤੀ ਹੀ 3-4 ਬੰਦਿਆਂ ਦੀ ਸੀ। ਬਾਹਰਲੇ ਬੰਦੇ ਆਏ, ਪਲਾਂਟਡ ਬੰਦੇ ਆਏ, ਹੋਰ ਪਾਰਟੀਆਂ ਦੇ ਬੰਦੇ ਆਏ ਜੋ ਉੱਥੋਂ ਕੀ ਐਮਐਲਏ ਲੜਨਾ ਚਾਹੁੰਦੇ ਨੇ। ਇਹ ਬੰਦੇ ਹੁਣ ਤੱਕ ਤਾਂ ਤੁਹਾਨੂੰ ਆਈਡੀਆ ਲੱਗ ਹੀ ਗਿਆ ਹੋਣਾ। ਆਈਡੀਆ ਤਾਂ ਮਨਪ੍ਰੀਤ ਹਰ ਇੱਕ ਚੀਜ਼ ਦਾ, ਜਿਹੜੇ ਉਹ 3 ਬੰਦੇ ਮੂਰੇ ਸੀ ਉਹਨਾਂ ਦੇ ਕਰੈਕਟਰ ਵਾਈਜ਼ ਵੀ ਕੀ ਕੁਛ ਹੈ, ਇਹ ਚੀਜ਼ਾਂ ਮੈਂ ਚਾਹੁੰਦੀ ਹੋਈ ਨਹੀਂ ਸੀ ਕਰਨੀ। ਕਿੱਥੋਂ ਆਏ? ਹੁਣ ਜੇ ਮੈਂ ਨਾਮ ਲਵਾਂਗੀ ਰਾਜੇ, ਇਹਦੇ 'ਚ ਪਤਾ ਕੀ ਹੋ ਜਾਂਦਾ ਕਿ ਕਿਸਾਨ ਮੋਰਚਾ ਆਪਣਾ ਸਾਂਝਾ ਮੋਰਚਾ, ਮੈਂ ਇਹਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਕਿ ਇਹਦੇ 'ਚ ਇਹੋ ਜਿਹੇ ਬੰਦੇ ਪਾਲ ਲਿੱਤੇ ਜਾਂਦੇ ਨੇ ਕਿ ਜਿਹੜੇ ਕਦੇ ਵੀ ਕਿਸੇ ਨੂੰ ਵੀ ਕੁਝ ਵੀ ਗਲਤ ਬੋਲ ਦਿੰਦੇ ਨੇ, ਆਪਣੀਆਂ ਹੱਦਾਂ ਖਤਮ ਕਰ ਦਿੰਦੇ ਨੇ ਨਾਮ। ਔਰ ਜਿਹੜੇ ਬੰਦਿਆਂ ਨੇ ਉੱਥੇ ਸੀਨ ਕ੍ਰੀਏਟ ਕੀਤੇ, ਗਾਲਾਂ ਕੱਢੀਆਂ, ਆਪਣਾ ਲਿਹਾਜ਼ ਤੱਕ ਭੁੱਲ ਗਏ, ਉਹਨਾਂ ਦੇ ਵੱਡੇ ਵੱਡੇ ਪੋਸਟਰ ਲੱਗੇ ਹੋਏ ਨੇ, ਐਮਐਲਏ ਕੰਟੈਸਟ ਕਰਨੀ ਹੈ ਉਹਨਾਂ ਨੇ। ਅੱਛਾ, ਐਜ਼ ਅ ਵੂਮਨ ਕਿਸ ਤਰ੍ਹਾਂ ਦੀ ਹੈਰੈਸਮੈਂਟ ਤੁਸੀਂ ਉਸ ਦਿਨ ਫੇਸ ਕੀਤੀ ਇੱਕ ਮਹਿਲਾ ਹੋਣ ਦੇ ਨਾਤੇ? ਰਾਜੇ ਜਿੱਥੇ ਪਰ ਮੈਂ ਇਹ ਕੀਤੀ ਸਿਰਫ ਸ਼ਰਾਰਤੀ ਅਨਸਰਾਂ ਤੋਂ। ਮੈਨੂੰ ਬਹੁਤ ਇਨਸਿਕਿਉਰ ਫੀਲ ਹੋਇਆ ਕਿ ਮੈਂ ਉੱਥੇ ਬਿਲਕੁਲ ਇਕੱਲੀ ਸੀ। ਮੈਂ ਇਹ ਚੀਜ਼ ਆਪਣੇ ਲਾਈਵ ਹੋਣ 'ਚ ਵੀ ਬੋਲੀ ਕਿ ਮੈਂ 3 ਘੰਟੇ ਕਿਸੇ ਪ੍ਰਸ਼ਾਸਨ ਨੂੰ ਇਨਵੋਲਵ ਨਹੀਂ ਕੀਤਾ। ਮੈਂ ਕਿਸੇ ਨੂੰ ਵੀ ਨਹੀਂ ਕਿਹਾ ਕਿ ਇਹ ਤਾਂ ਭਾਈ ਪਰਿਵਾਰਕ ਗੱਲ ਆ, ਅਸੀਂ ਆਪ ਹੀ ਸਾਂਭ ਲੈਣੀ ਆ। ਕਿਉਂਕਿ ਜੇ ਮੈਂ ਉੱਥੇ ਗਲਤ ਹੁੰਦੀ ਜਾਂ ਗੋਲਡੀ ਜੀ ਕਿਸੇ ਵੀ ਆਪਣੀ ਕਾਰਗੁਜ਼ਾਰੀ 'ਚ ਗਲਤ ਹੁੰਦੇ 4 ਸਾਲਾਂ 'ਚ 4.5 ਸਾਲਾਂ 'ਚ, ਤਾਂ ਮੈਂ ਝੁਕਦੀ। ਜਦ ਸਾਡੀ ਕਾਰਗੁਜ਼ਾਰੀਆਂ ਹੀ ਗਲਤ ਨਹੀਂ ਸੀ, ਫਿਰ ਝੁਕਣ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ। ਨਾਲੇ ਉੱਥੇ ਸਹੀ ਤੇ ਗਲਤ ਦੀ ਲੜਾਈ ਸੀ, ਉੱਥੇ ਮੇਰੀ ਤੁਹਾਡੀ ਲੜਾਈ ਨਹੀਂ ਸੀ, ਉੱਥੇ ਸਹੀ ਤੇ ਗਲਤ ਦੀ ਲੜਾਈ ਸੀ। ਜਦ ਪਿੰਡ ਵਾਲੇ ਮੇਰੇ ਨਾਲ ਨੇ, ਮੈਨੂੰ ਭੈਣ ਕਹਿ ਰਹੇ ਨੇ, ਬਾਹਰੋਂ ਆ ਕੇ ਗਾਲਾਂ ਕੱਢਣੀਆਂ, ਟਰਾਲੀਆਂ ਭਰ ਕੇ ਸਿਰਫ ਤੁਸੀਂ ਇੱਕ ਲੇਡੀ ਦੇ ਅਗੇਂਸਟ ਲੈ ਕੇ ਆ ਰਹੇ ਹੋ। 4-5 ਟਰਾਲੀਆਂ ਜਿਹੜੀਆਂ ਲਿਆਂਦੀਆਂ ਗਈਆਂ ਜਾਂ ਬਾਹਰੋਂ ਜਿਹੜੇ ਗੁੰਡੇ ਆਏ, ਉਹ ਸਿਰਫ ਇੱਕ ਲੇਡੀ ਦੇ ਅਗੇਂਸਟ ਆਏ, ਉਹ ਵੀ ਉਹ ਧੀ ਦੇ ਅਗੇਂਸਟ ਜਿਹੜੀ ਉੱਥੇ ਹੀ ਰਹਿੰਦੀ ਹੈ ਹਮੇਸ਼ਾ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਜਥੇ, ਵੱਖਰੇ ਕਿਸਾਨ ਜਥੇ ਬੰਦੀਆਂ ਜਿਹੜੀਆਂ ਨੇ ਉਹ ਪ੍ਰਦਰਸ਼ਨ ਤੇ ਸੜਕਾਂ ਤੇ ਉਤਰੇ ਹੋਈਆਂ। ਔਰ ਜਿੱਦ ਤੱਕ ਅਸੀਂ ਦੇਖਿਆ ਕਿ ਤੁਸੀਂ ਪ੍ਰੋਐਕਟਿਵ ਹੋ ਕੇ ਇਹਨਾਂ ਨੂੰ ਸਪੋਰਟ ਵੀ ਕੀਤਾ, ਔਰ ਮੈਨੂੰ ਲੱਗਦਾ ਤੁਸੀਂ ਰੈਗੂਲਰ ਲਾਈਵ ਵੀ ਹੋਏ, ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹੇ। ਕਿ ਇਹ ਇੱਕ ਕਾਰਨ ਬਣਿਆ ਕਿ ਜਿਹੜੀਆਂ ਹੋਰ ਤੁਹਾਡੇ ਓਪੋਨੈਂਟਸ ਨੇ ਜਾਂ ਪੋਲੀਟੀਕਲ ਪਾਰਟੀਆਂ ਮੈਂ ਕਹਿ ਸਕਦੀ ਹਾਂ, ਉਹਨਾਂ ਨੂੰ ਇਹ ਨਹੀਂ ਚੰਗਾ ਲੱਗਿਆ ਕਿ ਦਲਬੀਰ ਗੋਲਡੀ ਦੀ ਵਾਈਫ ਕਿਉਂ ਅੱਗੇ ਹੋ ਰਹੀ ਹੈ? ਕਿ ਇਹ ਇੱਕ ਕਾਰਨ ਸੀਗਾ? ਮਨਪ੍ਰੀਤ Day 1 ਤੋਂ ਜਦ ਗੋਲਡੀ ਐਸਟੀ ਕਾਲਜ ਦੇ ਪ੍ਰਧਾਨ ਸੀ ਤਦ ਵੀ ਸਿਮਰ ਨਾਲ ਸੀ, ਯੂਨੀਵਰਸਿਟੀ ਦੀ ਇਲੈਕਸ਼ਨਸ 'ਚ ਸਿਮਰ ਨਾਲ ਸੀ, ਜਨਰਲ ਸੈਕਟਰੀ ਬਣੇ ਸਿਮਰ ਨਾਲ ਸੀ, ਹੁਣ ਐਮਐਲਏ ਬਣ ਗਏ। ਅਸੀਂ ਇਸ ਚੀਜ਼ ਨੂੰ ਨਾ ਡਿਵੈਲਪਮੈਂਟ ਦੇ ਕੰਮ ਗੋਲਡੀ ਦੇਖਦੇ ਆ। ਫੀਲਡ ਸਾਰਾ ਹਮੇਸ਼ਾ ਮੈਂ ਸਾਂਭਿਆ ਕਿਉਂਕਿ ਮੈਨੂੰ ਚੰਗਾ ਲੱਗਦਾ ਸਾਰਿਆਂ ਨਾਲ ਗੱਲਾਂ ਕਰਨੀਆਂ, ਦੁੱਖ ਸੁੱਖ ਕਰਨਾ। ਇੱਕ ਬੰਦੇ ਦਾ ਸ਼ੌਂਕ ਹੁੰਦਾ ਨਾ, ਮੇਰਾ ਇਹ ਸ਼ੌਂਕ ਹੈ ਜੋ ਕਿ ਹਲਕੇ ਤੋਂ ਹਰ ਸਾਲ ਮੈਂ ਤੀਆਂ ਲਵਾਉਣੀ ਆ, ਮੇਰਾ ਹਰ ਜਗ੍ਹਾ ਤੇ ਇਹ ਚੀਜ਼ ਹੁੰਦਾ ਹੈ। ਔਰ ਜਦ ਕੋਈ ਡੋਮੈਸਟਿਕ ਡਿਸਪਿਊਟਸ ਵੀ ਆਉਂਦੇ ਨੇ ਨਾ ਰਾਜੇ, ਤਦ ਵੀ ਲੇਡੀਜ਼ ਕੋਲੇ ਮੈਂ ਬੈਠਦੀ ਹਾਂ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਅਸੀਂ ਅਨਕੰਫਰਟੇਬਲ ਹਾਂ। ਭਗਵੰਤ ਮਾਨ ਨੂੰ ਤੁਹਾਡੇ ਤੋਂ ਕੀ ਪ੍ਰੋਬਲਮ ਹੈ? ਇਹ ਮੈਂ ਸਮਝਣਾ ਚਾਹੁੰਦੀ ਹਾਂ ਕਿ ਉਹ ਦਲਬੀਰ ਗੋਲਡੀ ਤੋਂ ਵੱਧ ਤੁਹਾਨੂੰ ਟਾਰਗੇਟ ਕਰਦੇ ਨੇ। ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ? ਰਾਜੇ ਜੋ ਕੰਮ ਕਰਦਾ ਉਹ ਚੁੱਭਦਾ ਤਾਂ ਹੈ ਹੀ ਨਾ, ਕਿਉਂਕਿ ਉਹਨਾਂ ਨੇ ਭਗਵੰਤ ਮਾਨ ਨੂੰ ਤੁਸੀਂ ਕਿਉਂ ਚੁੱਭਦੇ ਹੋ? ਇਹੀ ਮੈਂ ਕਿਉਂਕਿ ਉਹ ਖੁਦ ਕਦੇ ਧੂਰੀ 'ਚ ਨਹੀਂ ਆਏ। ਮੈਂ ਮਨਪ੍ਰੀਤ 2 ਵਾਰ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ, ਉਹ ਕਦੇ ਕਿਸੇ ਦੇ ਦੁੱਖ ਸੁੱਖ 'ਚ ਨਹੀਂ ਆਏ, ਨਾ ਹੀ ਉਹਨਾਂ ਦਾ ਕਦੇ ਕੋਈ ਸਿੰਗਲ ਪੈਸਾ ਧੂਰੀ ਦੀ ਡਿਵੈਲਪਮੈਂਟ ਤੇ ਲੱਗਿਆ, ਸਿੰਗਲ ਪੈਸਾ। ਫਿਰ ਜਿਹੜਾ ਬੰਦਾ ਕਰ ਰਿਹਾ ਉਹ ਤਾਂ ਚੁਭੂਗਾ ਨਾ ਉਹਨਾਂ ਨੂੰ। ਇਲਜ਼ਾਮ ਉਹਨਾਂ ਨੇ ਤੁਹਾਡੇ ਤੇ ਲਗਾਏ ਨੇ ਕਿ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਚੈੱਕ ਵੰਡੀ ਫਿਰਦੇ ਹੋ ਤੇ ਉਸ ਤੇ ਤੁਹਾਡੀ FIR ਤੁਹਾਡੇ ਅਗੇਂਸਟ ਹੋਣੀ ਚਾਹੀਦੀ, ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ। ਸੋ ਇਸ ਨੂੰ ਕਿਵੇਂ ਵੇਖਦੇ ਹੋ? ਜਿਹਦਾ ਮਾਨਸਿਕ ਸੰਤੁਲਨ ਜਿਹਾ ਹੁੰਦਾ ਨਾ, ਉਹ ਗੱਲ ਉਹੀ ਜੀ ਕਰਦਾ। ਜਿਹੜਾ ਆਪ ਸੱਭਿਆਚਾਰਕ ਹੋਊਗਾ ਉਹ ਗੱਲ ਵੀ ਸੱਭਿਆਚਾਰ ਦੀ ਕਰੂਗਾ, ਔਰ ਜਿਹਦਾ ਆਪ ਹੀ ਕੁਛ ਨਹੀਂ, ਜਦ ਉਹਨਾਂ ਕੋਲੇ ਉਹਨਾਂ ਦੀ ਆਪਦੀ ਵਾਈਫ ਤਾਂ ਹੈ ਨਹੀਂ, ਫਿਰ ਉਹ ਕੰਮ ਕਿਤੋਂ ਕਰਾਉਣ? ਜੇ ਅਸੀਂ ਘਰ ਦੇ ਵਿੱਚ ਦੋਨੋਂ 50-50% ਸਾਡਾ ਹੱਕ ਹੈ ਕੰਮ ਕਰਨ ਦਾ, ਜੇ ਲੇਡੀਜ਼ ਦੀ ਵੋਟ 50% ਹੈ ਤਾਂ ਲੇਡੀ ਕਿਉਂ ਨਹੀਂ ਐਕਟਿਵ ਨਾਲ ਹੋ ਸਕਦੀ? ਨਾਲੇ ਜੇ ਮੈਂ ਵੋਟਾਂ ਮੰਗਣ ਜਾ ਸਕਦੀ ਹਾਂ, ਫਿਰ ਮੈਂ ਲੋਕਾਂ ਦੇ ਕੰਮ ਕਿਉਂ ਨਹੀਂ ਆ ਸਕਦੀ?
ਜੇ ਮੇਰਾ ਹੱਕ ਵੋਟਾਂ ਮੰਗਣ ਦਾ ਹੈ ਤਾਂ ਮੇਰਾ ਕੰਮ ਕਰਨ ਦਾ ਵੀ ਹੱਕ ਹੈ। ਸ਼ਾਇਦ ਮੈਨੂੰ ਦੇਖ ਕੇ ਹਰ ਇੱਕ ਲੀਡਰ ਆਪਣੀ ਵਾਈਫ ਦੇ ਨਾਲ ਉਵੇਂ ਹੀ ਕੰਮ ਕਰੇ ਕਿ ਨਹੀਂ, ਇਹ ਕੰਮ ਇੱਕ ਲੀਡਰ ਦਾ ਨਹੀਂ, ਇੱਕ ਪਰਿਵਾਰ ਦਾ, ਇੱਕ ਪਰਿਵਾਰ ਪੂਰਾ ਸਮਰਪਿਤ ਹੋ ਜਾਂਦਾ। ਇਹ ਚੀਜ਼ ਲੱਗਦੀ ਹੈ ਮੈਨੂੰ। ਔਰ ਭਗਵੰਤ ਮਾਨ ਨੂੰ ਇਹੀ ਚੀਜ਼ ਚੁਭਦੀ ਹੈ ਕਿ ਉਹਨਾਂ ਕੋਲ ਤੱਕ ਉਹਨਾਂ ਦੀ ਘਰ ਵਾਲੀ ਹੈ ਨਹੀਂ ਕਿ ਉਹਨਾਂ ਲਈ ਕੰਪੇਨ ਕਰੇ, ਤੇ ਗੋਲਡੀ ਜੀ ਲਈ ਘਰ ਵਾਲੀ ਹੈਗੀ ਹੈ ਜਿਹੜੀ ਉਹਨਾਂ ਨਾਲ ਉਹਨਾਂ ਦੇ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਹੈ ਤੇ ਖੜੀ ਰਹੂਗੀ। ਔਰ ਸਮੇਂ-ਸਮੇਂ ਤੇ ਇਹੀ ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਕਿ ਸਮੇਂ-ਸਮੇਂ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਕਨਫਲਿਕਟ ਤੁਹਾਡੇ ਨਾਲ ਸੀ, ਉਸ ਤੋਂ ਬਾਅਦ ਦਲਬੀਰ ਗੋਲਡੀ ਸਟੇਟਮੈਂਟ ਦਿੰਦੇ ਨੇ ਤੇ ਹੁਣ ਆ ਚੈੱਕਾਂ ਨੂੰ ਲੈ ਕੇ ਫਿਰ ਉਹ ਮੈਦਾਨ 'ਚ ਆਉਂਦੇ ਨੇ। ਫਿਰ ਉਸ ਤੋਂ ਬਾਅਦ ਦਲਬੀਰ ਗੋਲਡੀ ਕਹਿੰਦੇ ਨੇ ਕਿ ਆ ਜਿਹੜਾ ਇਨਸੀਡੈਂਟ ਹੋਇਆ ਇਹ ਆਮ ਆਦਮੀ ਪਾਰਟੀ ਨੇ ਕਰਵਾਇਆ। ਬਿਲਕੁਲ ਰਜੇ, ਕਰਵਾਇਆ ਗਿਆ। ਮੈਂ ਫਿਰ ਕਹਿ ਰਹੀ ਹਾਂ, ਸਿਰਫ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਇਹ ਚੀਜ਼ ਆਪਾਂ ਨੂੰ ਅੱਜ ਮਨਪ੍ਰੀਤ ਸਮਝਣੀ ਪੈਣੀ ਆ। ਪਿੰਡੋ ਪਿੰਡੀ, ਮੇਰਾ ਉਸ ਦਿਨ ਅੜਨ ਦੀ ਗੱਲ ਵੀ ਇਹੀ ਸੀ ਕਿ ਪਿੰਡੋ ਪਿੰਡੀ ਜਿਹੜਾ ਲੀਡਰਾਂ ਨੂੰ ਘੇਰਿਆ ਜਾ ਰਿਹਾ, ਉਹਨਾਂ ਨੂੰ ਘੇਰੋ ਜਿਹੜਾ ਕਦੇ ਪਿੰਡ ਆਇਆ ਹੀ ਨਹੀਂ। ਤਦ ਭਗਵੰਤ ਮਾਨ ਨੂੰ ਕਿਉਂ ਨਹੀਂ ਘੇਰਿਆ ਜਾਂਦਾ ਜਾਂ ਕਿਸੇ ਹੋਰ ਨੂੰ ਕਿਉਂ ਨਹੀਂ ਘੇਰਿਆ ਜਾਂਦਾ? ਜਦ ਵੀ ਇੱਕ ਸੋਸ਼ਲ ਮੀਡੀਆ ਇੱਕ ਲੋਕਾਂ ਨੂੰ ਇਹੋ ਜਿਹੀ ਚੀਜ਼ ਮਿਲ ਗਈ ਹੈ ਕਿ ਕੁਝ ਵੀ ਉਂਗਲਾਂ ਮਾਰ ਦਿਓ। ਮਾਨਸਿਕ ਸੰਤੁਲਨ ਤੁਹਾਡਾ ਕੀ ਹੈ, ਤੁਸੀਂ ਕੀ ਲਿਖਣਾ, ਕੀ ਤੁਸੀਂ ਉਹਨੂੰ ਜਾਣਦੇ ਵੀ ਹੋ ਪਰਸਨਲੀ, ਬੰਦੇ ਨੂੰ ਲਿਖ ਕੁਝ ਵੀ ਦਿਓ। ਇਹੀ ਚੀਜ਼ ਉਸ ਦਿਨ ਮੈਂ ਅੜੀ ਕਿ ਪਿੰਡ ਵਾਲੇ ਮੇਰੇ ਨਾਲ ਨੇ, ਉਹ ਵੀ ਕਿਸਾਨ ਨੇ, ਮੈਂ ਵੀ ਕਿਸਾਨ ਦੀ ਧੀ ਹਾਂ, ਤੁਸੀਂ ਬਾਹਰੋਂ ਆ ਕੇ ਮੈਨੂੰ ਕਿਵੇਂ ਪਿੰਡ ਚੋਂ ਕੱਢ ਸਕਦੇ ਹੋ? ਔਰ ਅਗਲੇ ਦਿਨ ਜਿਸ ਦਿਨ ਇਹ ਸਾਰਾ ਕੁਝ ਹੋਇਆ, ਮੈਨੂੰ ਪਿੰਡ ਵਾਲਿਆਂ ਦਾ ਖੁਦ ਘਰੇ ਆਏ, ਮੈਨੂੰ ਕਾਲਸ ਆਈਆਂ ਕਿ ਭੈਣ ਤੂੰ ਅੱਜ ਆਉਣਾ ਹੀ ਆਉਣਾ ਪਿੰਡ, ਕਿਉਂਕਿ ਅਸੀਂ ਤੇਰਾ ਸਵਾਗਤ ਕਰਦੇ। ਮੈਨੂੰ ਇੰਨਾ ਚੰਗਾ ਲੱਗਿਆ ਮਨਪ੍ਰੀਤ ਕਿ ਜੇ ਸ਼ਾਇਦ ਅਸੀਂ 4.5 ਸਾਲ ਕੋਈ ਕਮਾਈ ਕੀਤੀ ਨਾ, ਮੈਨੂੰ ਉਸ ਦਿਨ ਦਿਖੀ ਜਦ ਅਗਲੇ ਦਿਨ ਮੈਨੂੰ ਆਪ ਬੁਲਾਇਆ ਗਿਆ ਕਿ ਨਹੀਂ ਭੈਣ ਤੈਨੂੰ ਅੱਜ ਆਉਣਾ ਪੈਣਾ। ਜਿਸ ਤਰ੍ਹਾਂ ਦੀ ਇਹ ਮੌਬ ਲਿੰਚਿੰਗ ਕਹਿ ਸਕਦੇ ਹਾਂ ਹੋਈ ਤੁਹਾਡੇ ਨਾਲ, ਸੱਚੀ ਦਿਲ ਤੇ ਹੱਥ ਰੱਖ ਕੇ ਦੱਸਣਾ ਕਿ ਤੁਹਾਡਾ ਜੀ ਕਰਦਾ ਦੁਬਾਰਾ ਉਸੇ ਟਰੈਕ ਤੇ ਤੁਰਨ ਨੂੰ? ਠੀਕ ਹੈ, ਤੁਸੀਂ ਕਹਿੰਦੇ ਕਿ ਹਾਂ ਮੈਂ ਵਾਪਸ ਜਾਊਂਗੀ, ਸਾਰਾ ਕੁਝ ਮੈਂ ਤਾਂ ਹੀ ਕਿਹਾ ਸੱਚੀ ਦਿਲੋਂ, ਕਿਉਂਕਿ ਕਿਤੇ ਨਾ ਕਿਤੇ ਬੰਦਾ ਡੀਮੋਰਲਾਈਜ਼ ਹੋ ਜਾਂਦਾ ਹੈ। ਬਿਲਕੁਲ, ਤੁਹਾਡੀ ਗੱਲ ਬਹੁਤ ਸੋਹਣਾ ਸਵਾਲ ਪੁੱਛਿਆ ਮਨਪ੍ਰੀਤ ਤੁਸੀਂ। ਘਬਰਾਹਟ ਵੀ ਹੋਈ ਤੇ ਦਿਲ ਉਦਾਸ ਵੀ ਹੋਇਆ ਕਿ ਜੇ ਚੰਗੇ ਤੇ ਮਾੜੇ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਇੱਕੋ ਲਾਈਨ 'ਚ ਸਾਰਿਆਂ ਨੇ ਖੜਾ ਕੇ ਦੇਖਣਾ, ਫਿਰ ਅਸੀਂ ਕਰਦੇ ਕਿਉਂ ਆ? ਸੱਚੀ ਕਹਿੰਦੀ ਹਾਂ ਮਨਪ੍ਰੀਤ, ਬਹੁਤ ਘਬਰਾਹਟ ਹੋਈ ਤੇ ਡਿਸਅਪੁਆਇੰਟ ਤਾਂ ਮੈਂ ਬਹੁਤ ਹੀ ਹੋਈ। ਜਿਸ ਦਿਨ ਮੈਂ ਘਰੇ ਆਈ, ਮੈਂ ਇਹੀ ਸੋਚਿਆ ਕਿ ਗੋਲਡੀ ਤੁਸੀਂ ਇੰਨਾ ਲੋਕਾਂ ਦਾ ਕਰਦੇ ਹੋ ਕਿ ਲੋਕ ਤੁਹਾਨੂੰ ਵਾਪਸ ਆਹ ਕੁਝ ਦਿੰਦੇ ਨੇ, ਕਿ ਜੋ ਵੀ ਉੱਥੇ ਕੁਝ ਹੋਇਆ ਉਹ ਮੈਂ ਸੱਚੀ ਮਤਲਬ ਮੈਂ ਬਹੁਤ ਜ਼ਿਆਦਾ ਡੀਮੋਰਲਾਈਜ਼ ਹੋ ਗਈ ਸੀ ਉਸ ਚੀਜ਼ ਤੋਂ। ਪਰ ਜਦ ਮੈਨੂੰ ਲੋਕਾਂ ਦੇ ਫੋਨ ਆਏ ਨਾ ਮਨਪ੍ਰੀਤ, ਉਹਨਾਂ ਨੇ ਮੈਨੂੰ ਫੇਰ ਖੜਾ ਕਰਤਾ। ਤੇ ਇੱਕ ਗੋਲਡੀ ਜਿਹਨਾਂ ਦੇ ਕਰੈਕਟਰ ਵੱਲ ਮੈਂ ਦੇਖਦੀ ਹਾਂ ਕਿ ਜਿਹੜੇ ਬੰਦੇ ਨੇ ਦਿਨ ਰਾਤ ਇੱਕ ਕੀਤੀ ਹੈ ਮਨਪ੍ਰੀਤ। ਮੈਂ ਤੁਹਾਨੂੰ ਦੱਸੂੰਗੀ, ਮੇਰਾ ਬੜਾ ਬੇਟਾ ਚੰਡੀਗੜ੍ਹ ਪੜ੍ਹਦਾ ਸੀ, ਹਟਾ ਕੇ ਅਸੀਂ ਉਹਨੂੰ ਧੂਰੀ ਲੈ ਗਏ। ਛੋਟਾ ਬੇਟਾ ਵੀ ਮੇਰਾ ਉੱਥੇ ਪੜ੍ਹਦਾ। ਅਸੀਂ ਸਾਰੀ ਫੈਮਿਲੀ ਜਿਸ ਚੀਜ਼ ਨੂੰ ਸਮਰਪਿਤ ਹਾਂ। ਇੱਕ ਪਾਸੇ ਅਟੈਕਿੰਗ ਸਿਚੁਏਸ਼ਨ ਸੀ, ਤੁਸੀਂ ਡਿਫੈਂਡਿੰਗ ਸਿਚੁਏਸ਼ਨ ਸੀ। ਜਿਸ ਦਿਨ ਮੈਂ ਤੁਹਾਨੂੰ ਦੱਸ ਰਹੀ ਕਿ ਮੌਬ ਲਿੰਚਿੰਗ ਹੋਈ ਤਾਂ ਉਦੋਂ ਤੁਸੀਂ ਚੁਪਈ ਸਾਹਿਬ ਦਾ ਪਾਠ ਵੀ ਸ਼ੁਰੂ ਕੀਤਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮਨ ਦੀ ਅਵਸਥਾ ਕੀ ਸੀ ਉਹ ਤੁਸੀਂ ਦੱਸ ਚੁੱਕੇ ਹੋ। ਅਤੇ ਤੁਹਾਨੂੰ ਅਫਕੋਰਸ ਤੁਸੀਂ ਕਾਫੀ ਪੋਜ਼ੀਟਿਵ ਰਹੇ, ਉਹ ਅਸੀਂ ਦੇਖਿਆ ਵੀਡੀਓਜ਼ ਦੇ ਵਿੱਚ। ਤੁਹਾਨੂੰ ਕਿੱਥੋਂ ਤਾਕਤ ਮਿਲੀ ਇੰਨਾ ਸਟਰੋਂਗ ਹੋਣ ਦੇ ਲਈ ਐਜ਼ ਅ ਵੂਮਨ? ਮਨਪ੍ਰੀਤ, ਸਭ ਤੋਂ ਜ਼ਿਆਦਾ ਵੱਡੀ ਤਾਕਤ ਪਹਿਲੀ ਪਰਮਾਤਮਾ ਦੀ, ਦੂਜੀ ਤੁਹਾਡੇ ਹਸਬੈਂਡ ਦੀ। ਮੈਂ ਗੋਲਡੀ ਨੂੰ ਰੱਬ ਵਾਂਗੂ ਪੂਜਦੀ ਹਾਂ। ਮੈਂ ਨਿਤਨੇਮ ਕਰਦੀ ਹਾਂ ਸਵੇਰੇ। ਮੈਂ ਕਦੇ ਵੀ ਮੈਂ ਉਹਨਾਂ ਚਿਰ ਮੂੰਹ ਜੂਠਾ ਨਹੀਂ ਕਰਦੀ ਜਿੰਨਾ ਚਿਰ ਮੈਂ ਨਿਤਨੇਮ ਨਹੀਂ ਕਰਦੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਮੈਂ ਬਹੁਤ ਜ਼ਿਆਦਾ ਮੰਨਦੀ ਹਾਂ। ਸੁਖਮਨੀ ਸਾਹਿਬ ਦਾ ਪਾਠ, ਸਹਿਜ ਪਾਠ ਮੈਂ ਹਰ ਰੋਜ਼ ਕਰਦੀ ਹਾਂ। ਇਹ ਮੇਰੀ ਸਭ ਤੋਂ ਵੱਡੀ ਨੇ। ਤੇ ਦੂਸਰਾ ਮੇਰਾ ਹਸਬੈਂਡ ਦਲਵੀਰ ਸਿੰਘ ਗੋਲਡੀ। ਔਰ ਉੱਥੇ ਵੀ ਇਹ ਗੱਲ ਹੋਈ ਮਨਪ੍ਰੀਤ, ਜਦ ਉਹਨਾਂ ਨੇ ਗੱਲ ਕੀਤੀ ਕਿ ਉਹਨੇ ਐਂ ਕੀਤਾ, ਉਹਨੇ ਗਲਤ ਐਜੀਟੇਸ਼ਨ, ਮੈਂ ਉੱਥੇ ਹੀ ਬਹਿ ਗਈ। ਮੈਂ ਕਿਹਾ ਤੁਸੀਂ ਐਲੀਗੇਸ਼ਨ ਨਹੀਂ ਲਾਉਣੇ, ਮੇਰਾ ਰੱਬ ਹੈ ਉਹ। ਔਰ ਮੈਂ ਉਸ ਬੰਦੇ ਨੂੰ ਪੂਜਦੀ ਹਾਂ ਜਿਹਦਾ ਕਰੈਕਟਰ ਬਹੁਤ ਉੱਚਾ ਹੈ, ਜਿਹੜਾ ਉੱਚਾ ਸੁੱਚੇ ਕਰੈਕਟਰ ਦਾ ਮਾਲਕ ਹੈ। ਉਹ ਤਾਂ ਇਹ ਜਿਹਾ ਸ਼ਖਸ ਹੈ ਜਿਹਨੇ ਕਦੇ ਆਪਣੇ ਬਾਰੇ ਨਹੀਂ ਸੋਚਿਆ, ਆਪਣੇ ਬੱਚਿਆਂ ਬਾਰੇ ਨਹੀਂ ਸੋਚਿਆ, ਸਿਰਫ ਲੋਕ ਹਲਕਾ ਡਿਵੈਲਪਮੈਂਟ, ਤਾਂ ਵੀ ਲੋਕ ਉਹਨੂੰ ਐਂ ਦੇਖਦੇ ਨੇ। ਫਿਰ ਤਾਂ ਲੋਕਾਂ ਦੀ ਮਾੜੀ ਗੱਲ ਹੈ ਨਾ। ਪਰ ਜੇ ਮਨਪ੍ਰੀਤ ਜਿਹੜੇ ਉਹ ਮਾੜੇ ਆਨਸਰ ਸੀ, ਉਹਨਾਂ ਦੀ ਗਿਣਤੀ ਇੰਨੀ ਕੁ ਸੀ, ਮੈਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਇੰਨੀ ਕੁ ਸੀ। ਵੈਸੇ ਤਾਂ ਤੁਸੀਂ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ, ਕਾਫੀ ਚੰਗੀ ਗੱਲ ਹੈ ਕਿ ਅੱਜ ਕੱਲ੍ਹ ਵਾਈਫਸ ਨਿਕਲੀਆਂ ਹੋਈਆਂ ਆਪਣੇ ਹਸਬੈਂਡ ਨੂੰ ਸਪੋਰਟ ਕਰਦੀਆਂ ਨੇ। ਪੋਲੀਟੀਕਲ ਲੀਡਰਸ ਦੀ ਮੈਂ ਗੱਲ ਕਰ ਰਹੀ ਹਾਂ ਸਪੈਸ਼ਲੀ, ਚਾਹੇ ਉਹ ਕੰਪੇਨਿੰਗ ਹੁੰਦੀ ਹੈ ਤੇ ਚਾਹੇ ਵੋਟਾਂ ਨੂੰ ਲੈ ਕੇ ਹੁੰਦਾ ਹੈ, ਵਟਐਵਰ। ਤੇ ਕੀ ਅੱਗੇ ਹੁਣ ਅਸੀਂ ਸਿਮਰਨ ਖੰਗੂੜਾ ਨੂੰ ਦੇਖਾਂਗੇ ਐਕਟਿਵ ਪੋਲਿਟਿਕਸ ਦੇ ਵਿੱਚ? ਵੈਸੇ ਤਾਂ ਤੁਸੀਂ ਹੈਗੇ ਹੋ, ਕਿ ਅੱਗੇ ਤੁਸੀਂ ਐਜ਼ ਕੈਂਡੀਡੇਟ ਵੀ ਅੱਗੇ ਕਰੋਗੇ? ਨਹੀਂ, ਬਿਲਕੁਲ ਨਹੀਂ ਮਨਪ੍ਰੀਤ। ਮੇਰਾ ਤਾਂ ਰੋਲ ਮਾਡਲ, ਮੇਰਾ ਰੱਬ ਸਿਰਫ ਗੋਲਡੀ ਹੈ। ਉਹ ਅੱਗੇ ਤੇ ਮੈਂ ਉਹਨਾਂ ਦੇ ਪਿੱਛੇ ਮੈਨੂੰ ਉਹਨਾਂ ਦੀ ਪੈੜਾਂ 'ਚ ਪੈੜ ਪਾਉਣਾ ਬਹੁਤ ਸੋਹਣਾ ਲੱਗਦਾ। ਉਹ ਅੱਗੇ ਮੈਂ ਪਿੱਛੇ ਨਹੀਂ ਤੁਸੀਂ ਕੰਟੈਸਟ ਹਾਲੇ ਤੱਕ ਤਾਂ ਮਨਪ੍ਰੀਤ ਕਦੇ ਕੁਝ ਵੀ ਨਹੀਂ ਆਇਆ। ਬਸ ਇੱਕੋ ਚੀਜ਼ ਮੇਰੇ ਦਿਮਾਗ 'ਚ ਕਿਸੇ ਨੇ ਕਿਹਾ ਵੀ ਹੋਣਾ। ਹਾਂਜੀ, ਇਹ ਤਾਂ ਗੱਲਾਂ ਚਲੋ ਹੁੰਦੀ ਰਹਿੰਦੀ, ਖੁਦ ਗੋਲਡੀ ਵੀ ਕਹਿੰਦੇ ਰਹਿੰਦੇ ਨੇ ਮੈਨੂੰ। ਪਰ ਮੈਨੂੰ ਇਹ ਹੁੰਦਾ ਕਿ ਇੱਕ ਨਾ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਸਾਰਾ ਕੁਝ ਇਹ ਲੱਗਦਾ ਹੁੰਦਾ ਕਿ ਮੇਰੇ ਸਿਰ ਤੇ ਹੀ ਚੱਲਦਾ। ਮੈਨੂੰ ਤਾਂ ਇਹ ਲੱਗਦਾ ਕਿ ਮੈਂ ਗੋਲਡੀ, ਬਸ ਜਿੰਨਾ ਚਿਰ ਅਸੀਂ ਇਕੱਠੇ ਨਾ, ਮੈਂ ਗੋਲਡੀ ਦੇ ਪਿੱਛੇ।
ਅਕਸਰ ਮੇਰੇ ਕੋਲੇ ਡੋਮੈਸਟਿਕ ਵਾਇਲੈਂਸ ਦੀਆਂ ਗੱਲਾਂ ਹੁੰਦੀਆਂ ਨੇ ਤੇ ਕੁੜੀਆਂ ਕਹਿੰਦੀਆਂ ਅਸੀਂ ਹਸਬੈਂਡ ਦੇ ਬਰਾਬਰ ਆ। ਕਦੇ ਵੀ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਜੇ ਆਪਾਂ ਮਹਾਰਾਜ ਦਾ ਪਾਠ ਵੀ ਕਰਦੇ ਆ ਨਾ, ਤਾਂ ਜਦ ਮੈਂ ਵਿਆਖਿਆ ਸਮੇਤ ਮਹਾਰਾਜ ਦਾ ਪਾਠ ਕਰਦੀ ਆ, ਉੱਥੇ ਵੀ ਮਹਾਰਾਜ ਨੇ ਪਤੀ ਨੂੰ ਪਰਮੇਸ਼ਵਰ ਦਾ ਰੂਪ ਦਿੱਤਾ ਹੈ। ਗੁਰੂ ਸਾਹਿਬ ਨੂੰ ਪਤੀ ਪਰਮੇਸ਼ਵਰ ਕਿਹਾ ਜਾਂਦਾ ਹੈ ਤੇ ਇੱਕ ਮਨੁੱਖ ਨੂੰ ਇਸਤਰੀ ਰੂਪ ਦਿੱਤਾ ਜਾਂਦਾ ਕਿ ਆਪਾਂ ਉਹਨੂੰ ਪੂਜਦੇ ਆ। ਉਵੇਂ ਮੈਂ ਗੋਲਡੀ ਨੂੰ ਪੂਜਦੀ ਹਾਂ। ਔਰ ਜੇ ਹਰ ਇੱਕ ਲੇਡੀ ਸੋਚਣ ਲੱਗ ਜੇ ਨਾ ਕਿ ਮੈਂ 51 ਆ, ਮਤਲਬ ਸੌਰੀ ਹਸਬੈਂਡ ਮੇਰਾ 51 ਹੈ, ਮੈਂ 49 ਆ, ਲੜਾਈ ਕਦੇ ਨਹੀਂ ਹੋਣੀ। ਔਰ ਇਹ ਰਿਐਲਿਟੀ ਵੀ ਹੈ ਮਨਪ੍ਰੀਤ। ਹਮੇਸ਼ਾ ਮੈਂ ਇੱਕ ਬੰਦੇ 'ਚ ਪਾਵਰ ਲੇਡੀ ਨਾਲੋਂ ਜ਼ਿਆਦਾ ਕਿਉਂ ਹੁੰਦੀ ਹੈ? ਇੱਕ ਦੋ ਪਰਸਨਲ ਸਵਾਲ ਤੁਹਾਡੇ ਨਾਲ ਹੋ ਜਾਣ। ਤੁਸੀਂ ਦੋਵੇਂ ਹੁਣ ਬੜੇ ਐਕਟਿਵ ਹੋ, ਥੋੜੀ ਬਹੁਤ ਨੋਕ-ਝੋਕ ਹੁੰਦੀ ਹੈ ਕਿ ਨਹੀਂ? ਤੁਸੀਂ ਕਹਿ ਰਹੇ ਹੋ ਲੜਾਈ ਨਹੀਂ ਹੁੰਦੀ। ਨਹੀਂ, ਲੜਾਈ ਤਾਂ ਬਹੁਤ ਹੁੰਦੀ ਹੈ ਸਾਡੀ, ਤਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਲੜਾਈ ਹੁੰਦੀ ਹੈ। ਬਟ ਇਹ ਹੁੰਦਾ ਹਾਂ, ਮੈਂ ਉਹੀ ਕਹਿਣ ਲੱਗੀ ਹਾਂ, ਬਟ ਇਹ ਹੁੰਦਾ ਕਿ ਸ਼ਾਇਦ ਅਸੀਂ ਹਲੇ ਲੜ ਕੇ, ਜਿਵੇਂ ਗੋਲਡੀ ਕੋਮ ਕਰ ਰਹੇ ਨੇ ਅਸੀਂ ਕਿਸੇ ਗੱਲ ਤੇ, ਉਹ ਹੋ ਗਏ, ਹਲੇ ਮੈਂ ਰੂਮ ਚੋਂ ਬਾਹਰ ਨਹੀਂ ਜਾਂਦੀ। ਗੋਲਡੀ ਕਹਿੰਦੇ ਨੇ ਸਿਮਰ, ਔਰ ਜੇ ਮੈਨੂੰ ਐ ਲੱਗਦਾ ਹੁੰਦਾ ਤਾਂ ਮੈਂ ਗੋਲਡੀ ਨੂੰ, ਮਤਲਬ ਇੱਕ ਦੂਜੇ ਬਿਨਾਂ ਸਾਡੀ ਲਵ ਮੈਰਿਜ ਸੀ ਕਾਲਜ ਤੋਂ ਲੈ ਕੇ ਹੁਣ ਤੱਕ। ਮੈਂ ਗੋਲਡੀ ਦੇ ਸਾਹਾਂ 'ਚ ਸਾਹ ਲਿੱਤਾ ਤੇ ਗੋਲਡੀ ਨੇ ਮੇਰੇ ਸਾਹਾਂ 'ਚ ਸਾਹ ਲਿੱਤਾ, ਬਸ ਮੈਨੂੰ ਤਾਂ ਇੰਨਾ ਪਤਾ। ਬਹੁਤ ਵਧੀਆ ਗੱਲ ਹੈ। ਪਰਮਾਤਮਾ ਕਰੇ ਇਦਾਂ ਹੀ ਤੁਸੀਂ ਅੱਗੇ ਸਾਹਾਂ 'ਚ ਸਾਹ ਲੈਂਦੇ ਰਹੋ ਦੋਵੇਂ ਜੀ। ਅੱਛਾ, ਇਹ ਦੱਸੋ ਐਜ਼ ਅ ਵਾਈਫ ਤੁਹਾਡੇ ਹਸਬੈਂਡ ਕਿਉਂਕਿ ਪੋਲੀਟੀਸ਼ੀਅਨ ਨੇ, ਕਦੀ ਤੁਹਾਨੂੰ ਮਲਾਲ ਜਾਂ ਕੰਪਲੇਂਟ ਰਹਿੰਦੀ ਹੈ ਕਿ ਬਹੁਤ ਜ਼ਿਆਦਾ ਸਮੇਂ ਉਹ ਫੈਮਿਲੀ ਨੂੰ, ਬੱਚਿਆਂ ਨੂੰ ਤੁਹਾਨੂੰ ਨਹੀਂ ਦੇ ਪਾਉਂਦੇ? ਅਕਸਰ ਵਾਈਫਸ ਨੂੰ ਪੋਲੀਟੀਸ਼ੀਅਨਸ ਦੇ ਰਹਿੰਦੀ ਹੈ। ਮਨਪ੍ਰੀਤ, ਮੈਨੂੰ ਨਾ ਇਹ ਚੀਜ਼ ਪਹਿਲਾਂ ਤਾਂ ਹੁੰਦੀ ਸੀ ਕਿ ਗੋਲਡੀ ਟਾਈਮ ਨਹੀਂ ਦਿੰਦੇ, ਬਟ ਮੈਨੂੰ ਉਹਨਾਂ ਦਾ ਏਮ ਪਤਾ ਕਿ ਨਾ ਇੱਕੋ ਬੜਾ ਹੀ ਸੁੱਚਾ ਏਮ ਲੈ ਕੇ ਚੱਲੇ ਹੋਏ ਨੇ ਕਿ ਮੈਂ ਪੰਜਾਬ ਦੀ ਰਾਜਨੀਤੀ ਨੂੰ ਵਧੀਆ ਤਰੀਕੇ ਦੀ ਚੇਂਜ ਲੈ ਕੇ ਆਉਣੀ ਆ। ਕਿ ਲੋਕ ਇਹ ਨਾ ਕਹਿਣ ਕਿ ਫਲਾਨਾ ਲੀਡਰ ਮਾੜਾ ਜਾਂ ਪੋਲਿਟਿਕਸ ਮਾੜੀ ਹੈ। ਉਹ ਇਹੀ ਹਮੇਸ਼ਾ ਸੋਚਦੇ ਰਹੇ ਨੇ ਕਿ ਜੇ ਆਪਣੇ ਵਰਗੇ, ਮਤਲਬ ਮੈਂ ਇਹ ਨਹੀਂ ਕਹਿੰਦੀ ਕਿ ਗੋਲਡੀ ਮੇਰੇ ਹਸਬੈਂਡ, ਮੈਂ ਤਾਂ ਗੱਲ ਕਰਦੀ ਹਾਂ, ਪੋਜ਼ਿਟਿਵ ਲੀਡਰਸ ਅੱਗੇ ਆਉਣਗੇ ਨਾ ਤਾਂ ਪੋਲਿਟਿਕਸ ਨੂੰ ਲੈ ਕੇ ਅਪਰੋਚ ਵੀ ਲੋਕਾਂ ਦੀ ਚੇਂਜ ਹੋ ਜੂ। ਤੇ ਉਹ ਉਹਨਾਂ ਦਾ ਹੀ ਟਾਰਗੇਟ ਹੈ ਤੇ ਮੈਂ ਇਸ ਟਾਰਗੇਟ ਦਾ ਰਿਸਪੈਕਟ ਕਰਦੀ ਹਾਂ ਉਹਨਾਂ ਦੀ। ਟਾਈਮ ਮੈਨੇਜਮੈਂਟ ਦੋਵੇਂ ਫਿਰ ਕਿੱਦਾਂ ਕਰਦੇ? ਕਿਉਂਕਿ ਦੋਵੇਂ ਐਕਟਿਵ ਰਹਿੰਦੇ ਹੋ, ਤੁਸੀਂ ਕਹਿੰਦੇ ਮੈਂ ਫੀਲਡ 'ਚ ਰਹਿਣਾ ਤੇ ਉਹ ਬਾਕੀ ਕੰਮ ਸੰਭਾਲਦੇ ਨੇ ਪਾਰਟੀ ਦੇ, ਸੋ ਟਾਈਮ ਮੈਨੇਜਮੈਂਟ ਦੋਵਾਂ ਦੀ ਕਿੱਦਾਂ ਦੀ ਰਹਿੰਦੀ? ਟਾਈਮ ਤਾਂ ਅਜੇ ਸਵੇਰ ਚਲੀ ਜਾਂਦੀ ਹਾਂ ਮੈਂ, ਗੋਲਡੀ ਵੀ ਚਲੇ ਜਾਂਦੇ ਨੇ, ਬਲਕਿ ਕਦੇ ਬੱਚੇ, ਉਹੀ ਦੱਸ ਰਹੀ ਹਾਂ, ਕਦੇ ਬੱਚਿਆਂ ਨੂੰ ਵੀ ਸਾਨੂੰ ਇਹ ਚੀਜ਼ ਦਾ ਐਜ਼ ਅ ਮਦਰ ਮੇਰੇ ਮਨ 'ਚ ਹਮੇਸ਼ਾ ਰਹਿਣਾ ਕਿ ਮੈਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕੀ। ਇਹ ਚੀਜ਼ ਰਹੂਗੀ। ਪਰ ਮੈਨੂੰ ਇਹ ਲੱਗਦਾ ਕਿ ਪਰਮਾਤਮਾ ਨੇ ਜਿਹੜੀ ਸਾਡੀ ਡਿਊਟੀ ਲਾਈ ਹੈ ਨਾ, ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸਾਡੀ ਦੋਹਾਂ ਦੀ ਡਿਊਟੀ ਲਾਈ ਹੈ, ਅਸੀਂ ਤਨਦੇਹੀ ਨਾਲ ਨਿਭਾਵਾਂਗੇ, ਬੱਚੇ ਵੀ ਸਮਝਣਗੇ ਇਸ ਚੀਜ਼ ਨੂੰ। ਤੇ ਗੋਲਡੀ ਦੀ ਆਦਤ ਹੈ ਆਪਣੇ ਬੱਚਿਆਂ ਨਾਲ ਬਹੁਤ ਜ਼ਿਆਦਾ ਅਟੈਚ ਨੇ, ਬਹੁਤ ਜ਼ਿਆਦਾ। ਰਾਤ ਨੂੰ ਜਿੰਨੇ ਮਰਜ਼ੀ ਥੱਕੇ ਹੋਣ, ਉਹਨਾਂ ਨੇ ਉਹ 1 ਘੰਟਾ ਆਪਣੇ ਬੱਚਿਆਂ ਲਈ ਰੱਖਣਾ, ਉਹਨਾਂ ਨਾਲ ਮਸਤੀ ਕਰਨੀ ਹੈ। ਅਸੀਂ ਚਾਰੋਂ ਜਾਣੇ ਗੱਲਾਂ ਕਰਦੇ ਹਾਂ। ਔਰ ਇੱਕ ਹੋਰ ਗੱਲ ਮਨਪ੍ਰੀਤ, ਗੋਲਡੀ ਦੀ ਜਿਸ ਚੀਜ਼ ਦੀ ਮੈਂ ਬਹੁਤ ਵੱਡੀ ਫੈਨ ਹਾਂ, ਇਹਨਾਂ ਨੇ ਬਾਹਰੋਂ ਆ ਕੇ ਪਹਿਲਾਂ ਆਪਣੀ ਮੰਮੀ ਡੈਡੀ ਕੋਲੇ ਬੈਠਣਾ। ਸਾਡਾ ਰੂਮ ਉੱਪਰ ਹੈ, ਮੰਮੀ ਡੈਡੀ ਦਾ ਨੀਚੇ ਹੈ। ਪਹਿਲਾਂ ਇਹਨਾਂ ਨੇ 2 ਮਿੰਟ ਬੈਠਣ, 3 ਮਿੰਟ ਬੈਠਣ, 1 ਮਿੰਟ ਬੈਠਣ, 5 ਮਿੰਟ ਬੈਠਣ, ਅੱਧਾ ਘੰਟਾ ਬੈਠਣ। ਇਹਨਾਂ ਨੇ ਮੰਮੀ ਡੈਡੀ ਕੋਲੇ ਜਾਣਾ, ਸਾਨੂੰ ਆਵਾਜ਼ ਮਾਰ ਲੈਣੀ, ਅਸੀਂ ਉੱਥੇ ਇਕੱਠਿਆਂ ਨੇ ਬੈਠਣਾ। ਸਾਡੀ ਜੁਆਇੰਟ ਫੈਮਿਲੀ ਹੈ ਮਨਪ੍ਰੀਤ। ਜਿਹੜੇ ਬੰਦੇ ਦਾ ਕਰੈਕਟਰ ਘਰੋਂ ਚੰਗਾ ਹੁੰਦਾ ਨਾ, ਉਹ ਤਾਂ ਬਾਹਰਲਿਆਂ ਨੂੰ ਬੰਨ੍ਹ ਸਕਦਾ, ਪਹਿਲਾਂ ਆਪ ਬੰਨ੍ਹ ਕੇ ਰਹਿ। ਅੱਜ ਦੇ ਦਿਨ 'ਚ ਕੋਈ ਚਾਚੇ ਤਾਏ ਇਕੱਠੇ ਨਹੀਂ, ਅਸੀਂ ਅੱਜ ਵੀ ਚਾਚੇ ਤਾਏ ਇਕੱਠੇ ਹਾਂ। ਜਿਹੜੀਆਂ ਕੁੜੀਆਂ, ਮਤਲਬ ਚਾਚਾ ਜੀ ਦੀਆਂ ਦੋਨਾਂ ਦੀਆਂ ਕੁੜੀਆਂ ਨੇ, ਉਹ ਪਹਿਲਾਂ ਸਾਡੇ ਕੋਲੇ ਆਉਂਦੀਆਂ ਨੇ ਸੰਧਾਰੇ ਦੇਣੇ। ਜੋ ਟ੍ਰੈਡੀਸ਼ਨ ਹੈ ਸਾਡੇ ਘਰ 'ਚ ਅੱਜ ਵੀ ਚੱਲਦਾ, ਉਹ ਮੈਂ ਵੱਡੀ ਭਾਬੀ ਹਾਂ, ਮੈਂ ਹੀ ਦੇ ਕੇ ਆਉਂਦੀ ਹਾਂ। ਸਭ ਦੇ ਵਿਆਹ ਮੈਂ ਆਪ ਆ ਕੇ ਕੀਤੇ। ਬਹੁਤ ਸੋਹਣੀ ਫੈਮਿਲੀ ਹੈ ਸਾਡੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਹਾਡੀ ਲਵ ਮੈਰਿਜ ਹੋਈ ਹੈ, ਕਿ ਕਿਸ ਤਰ੍ਹਾਂ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਦਲਬੀਰ ਗੋਲਡੀ ਦੀ ਚੰਗੀ ਲੱਗੀ ਸੀ? ਇੱਕ ਗੱਲ ਤਾਂ ਹੈ ਹੀ ਨਹੀਂ ਮਨਪ੍ਰੀਤ ਜਿਹੜੀ ਮੈਨੂੰ ਇਹਨਾਂ ਦੀ ਚੰਗੀ ਲੱਗਦੀ। ਇਹਨਾਂ ਦੀ ਤਾਂ ਬਹੁਤ ਸਾਰੀਆਂ ਗੱਲਾਂ ਨੇ, ਬਟ ਜਿਹੜੀ ਗੱਲ ਮੈਂ ਆਪਾਂ ਹੁਣੀ ਕੀਤੀ, ਇਹਨਾਂ ਦੀ ਜੁਆਇੰਟ ਫੈਮਿਲੀ। ਅਸੀਂ, ਸਾਡੇ ਕੋਈ ਸੁੱਖ ਹੈ, ਕੋਈ ਦੁੱਖ ਹੈ, ਜੇ ਕੋਈ ਬਰਥਡੇ ਵੀ ਹੁੰਦਾ ਬੱਚਿਆਂ ਦਾ, ਜਾਂ ਅਸੀਂ ਮੰਮੀ ਡੈਡੀ ਦੀ ਐਨਵਰਸਰੀ ਮਨਾਉਂਦੇ ਹਾਂ, ਅਸੀਂ 50 ਜਾਣੇ ਘਰ ਦੇ ਹਾਂ, ਸਾਨੂੰ ਬਾਹਰਲਿਆਂ ਨੂੰ ਕਦੇ ਬੁਲਾਉਣ ਦੀ ਲੋੜ ਹੀ ਨਹੀਂ ਪੈਂਦੀ। ਸਾਡਾ ਇੱਕ ਆ। ਤੇ ਪੋਲੀਟੀਕਲ ਸਲਾਹਾਂ ਵੀ ਤੁਹਾਡੇ ਤੋਂ ਲੈਂਦੇ ਨੇ ਪੋਲਿਟਿਕਸ ਦੇ ਵਿੱਚ? ਬਿਲਕੁਲ। ਗੋਲਡੀ ਦੀ ਇਹ ਨੇਚਰ ਹੈ ਰਾਜੇ। ਜਿਵੇਂ ਮੈਂ ਤੁਹਾਨੂੰ ਦੱਸਿਆ, ਬਾਹਰੋਂ ਪਹਿਲਾਂ ਇਹਨਾਂ ਨੇ ਡੈਡੀ ਕੋਲੇ ਬੈਠਣਾ, ਮੈਨੂੰ ਵੀ ਬੁਲਾ ਲੈਣਾ ਕਿ ਸਿਮਰ ਆ ਹੋਇਆ, ਡੈਡੀ ਜੀ ਆ ਹੋਇਆ, ਆਪਾਂ ਇਹਨੂੰ ਚੈੱਕ ਕਰਨ, ਉਹ ਆਪਦੀ ਮਰਜ਼ੀ। ਪਰ ਡੈਡੀ ਦੀ ਰਿਸਪੈਕਟ ਤੇ ਮੇਰਾ ਥੋੜਾ ਜਿਹਾ ਉਹਨਾਂ ਨੂੰ ਐ ਹੁੰਦਾ ਕਿ ਸਿਮਰ ਫਿਰਦੀ ਹੈ ਕਿ ਮੈਂ ਇਹਨੂੰ ਵੀ ਇਨਵੋਲਵ ਕਰ ਲਾਂ। ਚਾਹੇ ਉਹ ਸਾਡੀ ਮਰਜ਼ੀ, ਸਾਡਾ ਸੁਣ ਲੈਂਦੇ ਨੇ ਮਰਜ਼ੀ, ਚਾਹੇ ਉਹ ਆਪਦੀ ਕਰਦੇ ਨੇ, ਬਟ ਮੈਨੂੰ ਡੈਡੀ ਜੀ ਨੂੰ ਨਾਲ ਪੂਰਾ ਇਨਵੋਲਵ ਰੱਖਦੇ ਨੇ ਕਿ ਆ ਹੋਇਆ, ਜਾ ਹੋਇਆ। ਤੇ ਉਹੀ ਗੱਲ ਮਨਪ੍ਰੀਤ, ਜਿਨ੍ਹਾਂ ਦੇ ਆਪ ਦੇ ਘਰ 'ਚ ਹੀ ਕੁਛ ਨਹੀਂ, ਬਾਹਰੋਂ ਕੋਈ ਕ੍ਰਾਂਤੀ ਨਹੀਂ ਲਿਆ ਸਕਦੇ। ਸੋ ਇਹ ਤੁਸੀਂ ਦੇਖਿਆ ਸਿਮਰਤ ਖੰਗੂੜੇ ਦਾ ਸਾਫ਼ ਕਹਿਣਾ ਰਿਹਾ ਕਿ ਉਸ ਇਨਸੀਡੈਂਟ ਤੇ ਕੀ ਕੁਝ ਉਹਨਾਂ ਦੇ ਨਾਲ ਹੋਇਆ, ਜਿਸ ਤਰ੍ਹਾਂ ਦੀ ਮੌਬ ਲਿੰਚਿੰਗ ਹੋਈ। ਜਿਸ ਗੱਲ ਨੂੰ ਅਸੀਂ ਬਹੁਤਾ ਚੰਗਾ ਤਾਂ ਨਹੀਂ ਕਹਿੰਦੇ, ਜੋ ਵੀ ਇਨਸੀਡੈਂਟ ਹੋਇਆ, ਜਿਹਨੇ ਵੀ ਕੀਤਾ, ਜਿਸ ਤਰ੍ਹਾਂ ਵੀ ਹੋਇਆ ਤਾਂ ਗਲਤ ਹੈ। ਕਿਉਂਕਿ ਇੱਕ ਮਹਿਲਾ ਜਦ ਫੀਲਡ ਦੇ ਵਿੱਚ ਹੈ, ਚਾਹੇ ਉਹ ਆਪਣੇ ਹਸਬੈਂਡ ਨੂੰ ਸਪੋਰਟ ਕਰ ਰਹੀ ਹੈ, ਜਿਸ ਤਰੀਕੇ ਵੀ ਕਰ ਰਹੀ ਹੈ, ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣਾ ਜਾਂ ਇਸ ਤਰ੍ਹਾਂ ਦਾ ਬਿਹੇਵੀਅਰ ਕਿਸੇ ਵੀ ਮਹਿਲਾ ਲਈ ਇਹ ਡਜ਼ਨਟ ਮੈਟਰ। ਇਹ ਨਹੀਂ ਫਰਕ ਪੈਂਦਾ ਕਿ ਉਹ ਪੋਲੀਟੀਸ਼ੀਅਨ ਹੈ ਜਾਂ ਨਹੀਂ ਹੈ, ਜੋ ਵੀ ਕੋਈ ਵੀ ਮਹਿਲਾ ਹੋਏ, ਉਸ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਰਾਸਰ ਗਲਤ ਹੈ।
ਜਿਸ ਤਰ੍ਹਾਂ ਉਹਨਾਂ ਨੇ ਸਾਰਾ ਵਾਕਿਆ ਡਿਫਾਈਨ ਵੀ ਕੀਤਾ ਕਿ ਉਸ ਦਿਨ ਕੀ ਕੁਝ ਹੋਇਆ, ਕਿਸ ਤਰ੍ਹਾਂ ਗਾਲੀ ਗਲੋਚ ਤੱਕ ਹੋਈ, ਹੋਰ ਕਿਸ ਤਰ੍ਹਾਂ ਦੀ ਹੈਰੈਸਮੈਂਟ ਉਹਨਾਂ ਦੇ ਨਾਲ ਹੋਈ ਜਦੋਂ ਡਰੇ। ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਸਾਰੇ ਇਨਸੀਡੈਂਟ ਦੇ ਬਾਵਜੂਦ ਵੀ ਇਹਨਾਂ ਨੇ ਪਾਠ ਕੀਤਾ ਔਰ ਇਹਨਾਂ ਨੂੰ ਤਾਕਤ ਰੱਬ ਵੱਲੋਂ ਹੀ ਮਿਲੀ, ਜਿਸ ਦੇ ਨਾਲ ਜਿਸ ਤਰ੍ਹਾਂ ਕਿ ਮਾਹੌਲ ਇਦਾਂ ਦਾ ਬਣਿਆ ਹੋਇਆ ਸੀ, ਜੋ ਇਹਨਾਂ ਨੇ ਵੀ ਦੱਸਿਆ, ਜੋ ਸਾਨੂੰ ਵੀ ਪਤਾ ਲੱਗਿਆ ਸੀ ਵੀ ਹੋ ਸਕਦਾ ਹੈ ਕਿ ਉਹ ਅਟੈਕ ਹੀ ਨਾ ਕਰ ਦੇਣ ਇਹਨਾਂ ਤੇ। ਸੋ ਕਾਫੀ ਮਾਹੌਲ ਜਿਹੜਾ ਅੱਜ ਕਹਿ ਸਕਦੇ ਹਾਂ ਖਰਾਬ ਹੋ ਚੁੱਕਿਆ ਪੰਜਾਬ ਦਾ। ਪੰਜਾਬ ਦੀ ਰਾਜਨੀਤੀ ਦਾ ਮਿਆਰ ਇਸ ਕਦਰ ਪਹੁੰਚ ਗਿਆ ਕਿ ਆਪਸ ਦੇ ਵਿੱਚ ਲੀਡਰ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਆਪਸ ਦੇ ਵਿੱਚ ਚਾਹੇ ਲੀਡਰ ਨੇ, ਪਿੰਡਾਂ ਦੀ ਪੰਚਾਇਤਾਂ ਨੇ, ਬੂਥ ਲੈਵਲ ਦੇ ਚਾਹੇ ਵਰਕਰਸ ਨੇ, ਕਿਸਾਨ ਜਥੇਬੰਦੀਆਂ, ਇਹਨਾਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਦੂਜੇ ਦੇ ਵਾਲ ਪੁੱਟਣ ਤੇ ਆਈਆਂ ਹੋਈਆਂ, ਇੱਕ ਦੂਜੇ ਤੇ ਦੂਸ਼ਣਬਾਜ਼ੀ, ਇਲਜ਼ਾਮਬਾਜ਼ੀ ਤਾਂ ਹੋ ਹੀ ਰਹੀ ਹੈ, ਪਰ ਹੁਣ ਨੌਬਤ ਇੱਥੇ ਤੱਕ ਪਹੁੰਚ ਗਈ ਕਿ ਇੱਕ ਦੂਜੇ ਨੂੰ ਮਾਰਨ ਤੇ ਤੁਲੀਆਂ ਹੋਈਆਂ ਨੇ। ਸੋ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਗੇ ਸਰਕਾਰ ਦਾ ਕੀ ਰੁਖ ਰਹੇਗਾ, ਇਹ ਵੇਖਣਾ ਕਾਫੀ ਦਿਲਚਸਪ ਰਹੇਗਾ, ਕਿਉਂਕਿ ਜਿਸ ਤਰ੍ਹਾਂ ਦਾ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਅੰਦੋਲਨ ਵਿੱਚ ਕਾਫੀ ਕੁਝ ਨਿਕਲ ਕੇ ਆਇਆ, ਬੜੀਆਂ ਸਾਰੇ ਡਿਫਰੈਂਟ ਆਪਾਂ ਕਹਿ ਸਕਦੇ ਹਾਂ ਜੇ ਸੀਕੁਐਂਸ ਆਫ ਇਵੈਂਟਸ ਦੇਖੀਏ ਤਾਂ ਬਹੁਤ ਕੁਝ ਹੋਇਆ। ਪਰ ਇੰਤਜ਼ਾਰ ਇਸੇ ਚੀਜ਼ ਦਾ ਹੈ ਕਿ ਮੋਦੀ ਦਰਬਾਰ ਜਾਂ ਮੋਦੀ ਸਰਕਾਰ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੈ ਇਨ 3 ਖੇਤੀ ਕਾਨੂੰਨਾਂ ਨੂੰ, ਜਿਨ੍ਹਾਂ ਨੂੰ ਇਹ ਕਹਿੰਦੇ ਕਿ ਡੈਥ ਵਾਰੰਟਸ ਨੇ ਉਹਨਾਂ ਲਈ, ਉਸ ਨੂੰ ਲੈ ਕੇ ਕੋਈ ਹੱਲ, ਕੋਈ ਸੋਲੂਸ਼ਨ ਕੱਢੇ ਤਾਂ ਜੋ ਸਾਰੇ ਆਪਣੀ ਆਰਾਮ ਨਾਲ ਜ਼ਿੰਦਗੀ ਬਤੀਤ ਕਰ ਸਕਣ। ਕਿਉਂਕਿ ਕਿਸਾਨ ਜਿਹੜੇ ਨੇ ਪਹਿਲਾਂ ਵੀ ਦੁਖੀ ਸੀ, ਪਹਿਲਾਂ ਹੀ ਖੁਦਕੁਸ਼ੀ ਦੇ ਰਾਹ ਤੇ ਤੁਰੇ ਹੋਏ ਸੀ, ਪਰ ਅੱਜ ਆਲਮ ਮਾਹੌਲ ਇਹ ਬਣ ਚੁੱਕਾ ਹੈ ਕਿ ਹੁਣ ਲੜਾਈ ਝਗੜੇ, ਪਿੰਡਾਂ ਦੀਆਂ ਲੜਾਈਆਂ ਜਿਹੜੀਆਂ ਨੇ ਵੱਧ ਰਹੀਆਂ ਨੇ। ਕਿਤੇ ਨਾ ਕਿਤੇ ਪੰਜਾਬ ਅਤੇ ਹਰਿਆਣੇ ਦੇ ਭਾਈਚਾਰਕ ਸਾਂਝ ਜਿਹੜੀ ਕਹਿ ਸਕਦੇ ਹਾਂ ਉਸ ਨੂੰ ਠੇਸ ਲੱਗਦੀ ਨਜ਼ਰ ਆ ਰਹੀ ਹੈ। ਕੈਮਰਾਮੈਨ ਅਮਨ ਦੇ ਨਾਲ, ਜਗਬਾਣੀ ਟੀਵੀ, ਚੰਡੀਗੜ੍ਹ।